ਓਮ ਸ਼ਾਂਤੀ, ਗੁੱਡ ਮਾਰਨਿੰਗ। ਮਨ ਬੁੱਧੀ ਨੂੰ ਸਭ ਤਰਫ ਤੋਂ ਸਮੇਟ ਕੇ ਮਸਤਕ ਦੇ ਮੱਧੇ ਵਿੱਚ ਮੈਂ ਆਤਮਾ ਬਿਰਾਜਮਾਨ ਹੁੰਦੀ ਆਪਣੇ ਆਪ ਨੂੰ ਦੇਖਦੇ ਮੈਂ ਇੱਕ ਚਮਕਦਾ ਹੋਇਆ ਸੁੰਦਰ ਪਿਓਰ ਸਿਤਾਰਾ ਹਾਂ, ਡਿਵਾਈਨ ਪਾਵਰ ਹਾਂ। ਆਪਣੇ ਇਸ ਦਿव्ਯ ਸਵਰੂਪ ਨੂੰ ਅਨੁਭਵ ਕਰਦੇ ਕਿ ਮੈਂ ਇਹ ਦੇਹ ਨਹੀਂ ਹਾਂ, ਇਸ ਦੇਹ ਨੂੰ ਚਲਾਉਣ ਵਾਲੀ ਸ਼ਕਤੀ ਹਾਂ। ਪਿਤਾ ਪਰਮਾਤਮਾ ਦੀ ਸੰਤਾਨ ਹਾਂ ਤੇ ਮੈਂ ਆਤਮਾ ਇਸ ਸ੍ਰਿਸ਼ਟੀ ਤੇ 5000 ਸਾਲ ਤੋਂ ਆਪਣਾ ਪਾਰਟ ਪਲੇ ਕਰ ਰਹੀ ਹਾਂ। ਮੇਰੇ ਪਿਤਾ ਨੇ ਇਸ ਸ੍ਰਿਸ਼ਟੀ ਤੇ ਮੈਨੂੰ ਖੇਡ ਖੇਡਣ ਲਈ ਭੇਜਿਆ। ਜਦ ਤੱਕ ਮੈਨੂੰ ਸਮ੍ਰਿਤੀ ਸੀ ਕਿ ਮੈਂ ਆਤਮਾ ਹਾਂ ਤੇ ਮੈਂ ਖੇਡ ਬਹੁਤ ਸੋਹਣਾ ਖੇਡਿਆ। ਅਸੀਂ ਸਾਰਿਆਂ ਨਾਲ ਰਲ ਮਿਲ ਕੇ ਪਿਆਰ ਦੇ ਨਾਲ ਬਹੁਤ ਸੋਹਣੀ 2 ਯੁੱਗ ਆਪਣਾ ਪਾਰਟ ਪਲੇ ਕੀਤਾ। ਪਰ ਦੁਆਪਰ ਯੁੱਗ ਤੋਂ ਅਸੀਂ ਖੁਦ ਨੂੰ ਭੁੱਲ ਗਏ, ਆਪਣੇ ਆਪ ਨੂੰ ਜੋ 5 ਤੱਤਾਂ ਦਾ ਇਹ ਸਰੀਰ ਵਸਤਰ ਪਹਿਨਿਆ, ਉਹ ਵਸਤਰ ਨੂੰ ਹੀ ਮੈਂ ਸਮਝਣ ਲੱਗ ਗਏ। ਜਦ ਤੱਕ ਅਸੀਂ ਆਪਣੇ ਗੁਣਾ ਸ਼ਕਤੀਆਂ ਦੇ ਵਿੱਚ ਸੀ ਤਾਂ ਬਹੁਤ ਸੁੱਖ ਪਾਇਆ। ਜਦ ਤੋਂ ਹੀ ਅਸੀਂ ਮੈਂ ਮੇਰੇ ਦੇ ਚੱਕਰ ਵਿੱਚ ਪੈ ਗਏ ਤਾਂ ਉਸ ਮੈਂ ਮੇਰੇ ਨੇ ਸਾਨੂੰ ਬਹੁਤ ਦੁੱਖ ਦਿੱਤਾ। ਤੇ ਹੁਣ ਅਸੀਂ ਜੋ ਕੁਝ ਵੀ ਇੱਥੇ ਤੇ ਮੈਂ ਤੇ ਮੇਰਾ ਆਪਣੇ ਵਿੱਚ ਭਰ ਲਿਆ, ਉਸ ਨੂੰ ਆਪਣੇ ਪਿਤਾ ਨੂੰ ਸਮਰਪਿਤ ਕਰਕੇ ਤੇਰਾ ਕਰਕੇ ਫਿਰ ਤੋਂ ਲਾਈਟ ਹੋ ਜਾਂਦੇ ਕਿ ਹਰ ਕੋਈ ਇੱਥੇ ਸੁੱਖ ਲੱਭਦਾ, ਸ਼ਾਂਤੀ ਲੱਭਦਾ। ਪਰ ਜੋ ਇੰਨੀ ਬੋਝ ਚੱਕਣ ਦੀ ਆਦਤ ਪੈ ਗਈ, ਉਸ ਦੇ ਨਾਲ ਆਤਮਾ ਕਦੇ ਵੀ ਉਸ ਲਾਈਟਨੈਸ ਨੂੰ ਫੀਲ ਨਹੀਂ ਕਰ ਪਾਉਂਦੀ। ਤੇ ਇਸ ਸਮ੍ਰਿਤੀ ਦੇ ਨਾਲ ਅਸੀਂ ਚੱਲਦੇ ਉੱਪਰ ਆਪਣੇ ਘਰ ਪਰਮਧਾਮ ਵਿੱਚ। ਤੇ ਦੇਖੋ ਸੈਕਿੰਡ ਵਿੱਚ ਜਦੋਂ ਅਸੀਂ ਇਹ ਸੰਕਲਪ ਕਰਦੇ ਮੈਂ ਆਤਮਾ ਲਾਈਟ ਹਾਂ, ਸਿਤਾਰਾ ਹਾਂ, ਇਸ ਲਾਈਟਨੈਸ ਨੂੰ ਅਨੁਭਵ ਕਰਦੇ ਤਾਂ ਕਿੰਨੇ ਆਪਣੇ ਆਪ ਨੂੰ ਨਿਆਰਾ ਤੇ ਪਿਆਰਾ ਅਨੁਭਵ ਕਰਦੇ ਕਿ ਕਿਤੇ ਵੀ ਕੋਈ ਬੋਝ ਨਹੀਂ ਰਹਿ ਜਾਂਦਾ, ਬੰਧਨ ਨਹੀਂ ਰਹਿ ਜਾਂਦਾ। ਆਤਮਾ ਇਸ ਦੇਹ ਤਾਂ ਦੇਹ ਦੀ ਦੁਨੀਆਂ ਤੋਂ ਅਲੱਗ ਆ ਤੇ ਸਾਡਾ ਘਰ ਪਰਮਧਾਮ ਆ, ਸਾਡਾ ਅਵਿਨਾਸ਼ੀ ਪਿਤਾ ਪਰਮ ਪਿਤਾ ਪਰਮਾਤਮਾ, ਅਸੀਂ ਉਸ ਨਾਲ ਬਿਲੋਂਗ ਕਰਦੇ ਹਾਂ। ਸ੍ਰਿਸ਼ਟੀ ਤੇ ਭਾਵੇਂ ਜਿੰਨੇ ਵੀ ਸੰਬੰਧ ਬਣਾਏ ਪਰ ਉਸ ਦੇਹਾਂ ਦੇ ਸੰਬੰਧ ਆ, ਪਰਿਵਰਤਨਸ਼ੀਲ ਆ। ਅਸੀਂ ਆਪਣੇ ਸੱਚੇ ਪਿਤਾ ਦੇ ਪਾਸ ਆ ਕੇ ਬੈਠੇ ਤੇ ਆਪਣੇ ਪਿਤਾ ਤੋਂ ਆਗਿਆ ਲੈਂਦੇ ਅੱਜ ਦਾ ਆਪਣਾ ਸੈਸ਼ਨ ਸ਼ੁਰੂ ਕਰਨੇ ਦੀ। ਵਾਪਸ ਲੌਟ ਚੱਲਦੇ ਨੀਚੇ 5 ਤੱਤਾਂ ਦੀ ਸ੍ਰਿਸ਼ਟੀ ਤੇ ਪੂਰੇ ਗਲੋਬ ਦੇ ਉੱਪਰ ਆ ਕੇ ਪਿਤਾ ਪਰਮਾਤਮਾ ਦੇ ਸਨੇਹ ਦਾ, ਸੁੱਖ ਦਾ ਸਾਰੀਆਂ ਆਤਮਾਵਾਂ ਨੂੰ ਅਨੁਭਵ ਕਰਾਉਂਦੇ ਤੇ ਦੇਖਦੇ ਹਰ ਆਤਮਾ ਅੰਦਰ ਪਰਮਾਤਮਾ ਦੇ ਇਸ ਸੁੱਖ ਨੂੰ, ਇਸ ਸਨੇਹ ਨੂੰ ਅਨੁਭਵ ਕਰ ਰਹੀ ਆ। ਵਾਪਸ ਆਪਣੇ ਮਸਤਕ ਦੇ ਮੱਧੇ ਵਿੱਚ ਆ ਕੇ ਬਿਰਾਜਮਾਨ ਹੁੰਦੇ ਤੇ ਅੱਜ ਦੇ ਆਪਣੇ ਪਿਤਾ ਪਰਮਾਤਮਾ ਦੇ ਮਹਾਵਾਕੇ ਸੁਣਦੇ। ਓਮ ਸ਼ਾਂਤੀ। ਅੱਜ ਦੀ ਆਪਣੀ ਮੁਰਲੀਆਂ December 12th 2023 रात मुरली। ओम शांति। बाप दादा मधुबन। बाबा बोले, मीठे बच्चे, ज्ञान और योग के साथ साथ तुम्हारी चलन भी बहुत अच्छी चाहिए। कोई भी भूत अंदर ना हो, क्योंकि तुम हो भूतों को निकालने वाले। ਤੁਸੀਂ ਸਾਰੇ ਚੈਟ ਬਾਕਸ ਦੇ ਵਿੱਚ ਟਾਈਪ ਕਰੋ ਕਿਹੜੇ 5 ਭੂਤ ਆ ਜਿਹਦੇ ਅਸੀਂ ਚੱਕਰ ਦੇ ਵਿੱਚ ਆਪਣੇ ਆਪ ਨੂੰ ਹੀ ਭੁੱਲੇ ਫਿਰਦੇ ਆਂ। ਤੇ ਬਾਬਾ ਕਹਿੰਦੇ ਗਿਆਨ ਤੇ ਯੋਗ ਕੇ ਸਾਥ ਸਾਥ तुम्हारी चलन भी बहुत अच्छी चाहिए। वो चलन उदों तक अच्छी नहीं हो सकती जिन्नी देर तक ये 5 भूत साडे चों निकलते ने। आत्मा तो है ही अपनी गुणा शक्तियां नाल भरपूर, पर सानू काला किन्ने कीता, मैला किन्ने कीता, ये 5 विकारां ने। प्रश्न, स्पूत बच्चों को कौन सा नशा स्थायी रह सकता है? साडी खुशी सदा एकसार रहे, एक रस रहिए। एक रस कदों रह सकते हैं? उत्तर, बाबा से हम डबल सिरताज विश्व के मालिक बनने का वर्षा ले रहे हैं।
ये नशा सपूत बच्चों को ही स्थाई रह सकता है। ਆਪਾਂ ਭਗਤੀ ਵਿੱਚ ਕਿੰਨਾ ਗਾਉਂਦੇ ਆਏ, ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਉਹ ਆਪਾਂ ਕੀ ਸਮਝਦੇ ਸੀ, ਉਹ ਵੀ ਬਹੁਤ ਚੰਗਾ ਸੀ ਜਦੋਂ ਉਹ ਸਮਝਦੇ ਸੀ ਕਿ ਜਿੰਨਾ ਅਸੀਂ ਪਾਠ ਕਰ ਲਿਆ ਉਹਦਾ ਸਾਨੂੰ ਸਾਰਾ ਦਿਨ ਨਸ਼ਾ ਆ ਕਿ ਅਸੀਂ ਕੁਝ ਚੰਗਾ ਕੀਤਾ। ਪਰ ਹੁਣ ਦੇਖੋ ਪਰਮਾਤਮਾ ਆ ਕੇ ਸਾਨੂੰ ਉਹ ਵੀ ਬਹੁਤ ਚੰਗਾ ਹੋਰ ਕੀ ਦੱਸਦੇ ਆ ਕਿ ਉਹਦਾ ਹੀ ਪ੍ਰੀਚੇ ਮਿਲ ਗਿਆ। ਉਹਦੇ ਨਾਲ ਹਰ ਰੋਜ਼ ਅਸੀਂ ਮਿਲਨ ਮਨਾਉਂਦੇ, ਹਰ ਸਮੇਂ ਮਿਲਨ ਮਨਾਉਂਦੇ। ਉਹ ਸਾਡਾ ਹੋ ਗਿਆ, ਅਸੀਂ ਉਹਦੇ ਹੋ ਗਏ। ਤੇ ਜੋ ਉਹਦਾ ਵਰਸਾ ਆ ਉਹ ਸਾਡੀ ਬੁੱਧੀ ਵਿੱਚ ਹਰ ਵੇਲੇ ਘੁੰਮਦਾ ਕਿ ਉਹ ਸਾਨੂੰ ਪਿਓਰ ਬਣਾ ਕੇ ਵਿਸ਼ਵ ਦੇ ਮਾਲਿਕ ਬਣਾਉਂਦਾ। ਪਹਿਲਾਂ ਤਾਂ ਸਾਨੂੰ ਕਿੰਨੀ ਖੁਸ਼ੀ ਆ ਜਦ ਸਾਡੇ ਮਨ ਦੇ ਹੀ ਉਹ ਮਾਲਿਕ ਬਣਾਉਂਦਾ ਸਾਨੂੰ। ਤੇ ਇਸ ਗੱਲ ਦਾ ਸਾਨੂੰ ਬਾਬਾ ਕਹਿੰਦੇ ਜੇ ਤੁਹਾਨੂੰ ਹਰ ਸਮੇਂ ਨਸ਼ਾ ਚੜਿਆ ਰਵੇ, ਕਿੰਨੀ ਖੁਸ਼ੀ ਰਵੇ, ਤਾਂ ਉਹ ਬਾਬਾ ਦੇ ਕੀ ਆ, ਸਪੂਤ ਬੱਚੇ ਆ। ਤੇ ਉਹ ਸਾਡੀ ਖੁਸ਼ੀ ਵੀ ਸਥਾਈ ਆ, ਕਿਉਂਕਿ ਉਹ ਖੁਸ਼ੀ, ਉਹ ਨਸ਼ਾ, ਉਹ ਖੁਮਾਰੀ ਕਾਦੀ ਆ, ਆਪਣੇ ਸੱਤੇ ਸਵਰੂਪ ਨੂੰ ਜਾਣਨ ਦੀ, ਜੋ ਸਾਡਾ ਓਰੀਜਨਲ ਹੀ ਆ, ਜੋ ਕੋਈ ਲੁੱਟ ਨਹੀਂ ਸਕਦਾ, ਖੋ ਨਹੀਂ ਸਕਦਾ, ਜਲਾ ਨਹੀਂ ਸਕਦਾ। ਕਿ ਪਿਤਾ ਪਰਮਾਤਮਾ ਔਰ ਮੈਂ ਆਤਮਾ ਜੋ ਅਵਿਨਾਸ਼ੀ ਆ। ਤੇ ਫਿਰ ਜੋ ਸਾਡੇ ਆਪਣੇ ਗੁਣ ਸ਼ਕਤੀਆਂ, ਤੇ ਫਿਰ ਜਦੋਂ ਅਸੀਂ ਇਹ ਗੁਣ ਸ਼ਕਤੀਆਂ ਲੈ ਕੇ ਸਤਿਯੁਗ ਤ੍ਰੇਤਾ ਦੇ ਵਿੱਚ ਸਾਰੇ ਵਿਸ਼ਵ ਤੇ ਰਾਜੇ ਕਰਦੇ। परंतु काम क्रोध का भूत अंदर होगा तो ये नशा नहीं रह सकता। जो भूत आ, पंज विकार आ, बॉडी कॉन्शियस आ, ये सानू एक खुमारी चढ़ नहीं देंदे। ऐसे बच्चे फिर बाप का रिगार्ड भी नहीं रख सकते। इसलिए पहले भूतों को भगाना है कि बाप दे मिलने दी सानू खुशी, साडा नशा कौन नहीं रहन दिंदे, ये पंज भूत। इन्नी बड़ी अथॉरिटी नू भी असी पूरा रिगार्ड नहीं दिंदे। डिसरिगार्ड ਅਸੀਂ ਕਿੱਦਾਂ ਕਰਦੇ ਹਾਂ, ਜਦੋਂ ਅਸੀਂ ਉਹਦੀਆਂ ਸਿੱਖਿਆਵਾਂ ਤੇ ਨਹੀਂ ਚੱਲਦੇ। ਆਪਾਂ ਆਪਣੇ ਬੱਚਿਆਂ ਨੂੰ ਕਦੋਂ ਸਮਝਦੇ ਹਾਂ ਵੀ ਇਹ ਸਾਨੂੰ ਓਨਾ ਨਹੀਂ ਦਿੰਦੇ ਰਿਸਪੈਕਟ ਜਿੰਨੀ ਦੇਣੀ ਚਾਹੀਦੀ ਆ, ਜਦੋਂ ਉਹ ਸਾਡੀ ਕੋਈ ਬਾਤ ਨਹੀਂ ਮੰਨਣ। ਆਪਣੀ ਅਵਸਥਾ ਮਜ਼ਬੂਤ ਬਣਾਉਣੀ ਹੈ, ਆਪਣੀ ਸਥਿਤੀ ਨੂੰ ਸ਼ਕਤੀਸ਼ਾਲੀ ਬਣਾਉਣਾ ਕਿ ਬਾਤ-ਬਾਤ ਤੇ ਹਲਚਲ ਚ ਨਾ ਆਵੇ, ਬਾਤ-ਬਾਤ ਤੇ ਡਗਮਗ ਨਹੀਂ ਹੋਈਏ। ਇਹ ਮਨ ਦੀ ਹਲਚਲ ਨੂੰ, ਹਿਲਜੁਲ ਨੂੰ ਬੰਦ ਕਰਨਾ। गीत है कौन आया मेरे मन के द्वारे। कौन आया साडे मन दे द्वारे? पिता परमात्मा। पायल की झनकार ले ना, दिल ना जाने आंख पहचाने ना। ये आंख भावें नहीं देख सकती पर साडा दिल जानदा कि साडा पिता परमात्मा है। ओम शांति। इसका अर्थ तो कोई समझ ना सके सिवाय तुम बच्चों के, सो भी नंबरवार पुरुषार्थ अनुसार, क्योंकि परमपिता परमात्मा का स्थूल या सूक्ष्म चित्र तो है नहीं। ਉਹਦਾ ਕੋਈ ਸਥੂਲ ਰੂਪ ਤਾਂ ਨਹੀਂ ਜਿਹਨੂੰ ਅਸੀਂ ਸਾਹਮਣੇ ਦੇਖ ਸਕੀਏ ਦੋ ਅੱਖਾਂ ਨਾਲ। ਆਂਖ ਨਾ ਦੇਖੇ ਦਿਲ ਪਹਿਚਾਨੇ, ਇਹ ਸਾਡਾ ਪਿਤਾ ਹੈ। ਅਸੀਂ ਵੀ ਨਿਰਾਕਾਰ ਹਾਂ, ਆਤਮਾ ਨੂੰ ਵੀ ਇਹ ਦੋ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਅਸੀਂ ਹੁਣ ਫੀਲ ਕਰਦੇ ਹਾਂ ਇਹਨੂੰ, ਅਸੀਂ ਆਤਮਾ ਆ। ਅਸੀਂ ਕਿੱਦਾਂ ਆਪਣੇ ਆਪ ਨੂੰ ਦੇਹ ਸਮਝ ਰੱਖਿਆ ਇੰਨੀ ਦੇਰ, ਹੁਣ ਆਪਾਂ ਨੂੰ ਫੀਲ ਹੁੰਦਾ ਨਾ, ਤੇ ਇਦਾਂ ਹੀ ਆਪਾਂ ਨੂੰ ਮਹਿਸੂਸ ਹੁੰਦਾ ਮੇਰਾ ਆਤਮਾ ਦਾ ਪਿਤਾ ਵੀ ਪਰਮਾਤਮਾ ਆ। ਉਹ ਥੋੜ੍ਹਾ ਦੋ ਅੱਖਾਂ ਨਾਲ ਸਾਨੂੰ ਦੇਖਣ ਦੀ ਲੋੜ ਆ, ਸਾਨੂੰ ਉਹਦਾ ਪਿਆਰ ਮਹਿਸੂਸ ਹੁੰਦਾ ਆ। ਸਾਨੂੰ ਜੋ ਇੰਨੀ ਤਾਕਤ ਦਿੰਦਾ, ਇੰਨਾ ਸੁੱਖ ਦਿੰਦਾ ਆ, ਉਹ ਸੁੱਖ ਸਾਨੂੰ ਮਹਿਸੂਸ ਹੁੰਦਾ ਆ ਤੇ ਸਾਨੂੰ ਉਹ ਸਦਾ ਆਪਣੇ ਨਾਲ ਲੱਗਦਾ ਆ। ਜੋ ਦੇਹਧਾਰੀ ਵੀ ਆ ਇੱਥੇ, ਭਾਵੇਂ ਕਿੰਨਾ ਵੀ ਸੁੱਖ ਦੇਣ ਵਾਲੇ ਹੋਣ, ਜਿਹੜਾ ਇਹ ਸੁੱਖ ਆ ਕਿਸੇ ਨੇ ਅੱਜ ਤੱਕ ਦਿੱਤਾ? ਕਿਸੇ ਨੇ ਨਹੀਂ ਦਿੱਤਾ। ਤੇ ਆਪਣੇ ਆਪ ਉਹ ਨਿਰਾਕਾਰ ਹੁੰਦਾ ਹੋਇਆ ਵੀ ਸਾਨੂੰ ਸਾਕਾਰ ਵਿੱਚ ਅਨੁਭਵ ਹੋ ਰਿਹਾ ਆ। सूक्ष्म है देवताएं वह तो सिर्फ 3 है, ब्रह्मा विष्णु शंकर। उनसे भी अति सूक्ष्म है परमात्मा। ब्रह्मा विष्णु शंकर दा भी हाले सूक्ष्म शरीर आ, वो आकारी फरिश्ते आ, सूक्ष्म बतन दे। लेकिन परमात्मा जो आ वो तो ज्योति बिंदु आ। अब है परमपिता परमात्मा जी कौन कहते हैं? आत्मा। आत्मा कहती है मेरा पिता परमात्मा आ। परम पिता परमात्मा को परमात्मा कहते हैं। लौकिक बाप को आत्मा परमात्मा नहीं कह सकती है। जब परलौकिक परमपिता परमात्मा को याद करते हैं तो उसको देही अभिमानी कहा जाता है। जब देह अभिमान में है तो देह के साथ संबंध रखने वाला बाबा याद आ जाता है। ਜਦੋਂ ਦੇਹ ਸਮਝਦੇ ਦੇਹ ਦਾ ਪਿਤਾ ਯਾਦ ਆਉਂਦਾ, ਜਦੋਂ ਆਤਮਾ ਸਮਝਦੇ ਆਤਮਾ ਦਾ ਪਿਤਾ परमात्मा याद आਉਂਦਾ। वह फिर है आत्मा के साथ संबंध रखने वाला बाबा। वह अब आए हुए हैं। आत्मा बुद्धि से जानती है, आत्मा में बुद्धि है।
ਆਤਮਾ ਵਿੱਚ ਪਰਖਣ ਦੀ ਸ਼ਕਤੀ ਆ, ਬੁੱਧੀ ਨਿਰਣੇ ਲੈਣ ਦੀ ਸ਼ਕਤੀ ਆ, ਤੇ ਆਤਮਾ ਪਰਖ ਲੈਂਦੀ ਆ ਕਿ ਮੇਰਾ ਪਿਤਾ ਆ, ਇਹ ਆਇਆ ਹੋਇਆ ਆ। तो परम पिता परमात्मा जरूर परलौकिक पिता ठहरा, उनको ईश्वर कहा जाता है। जो साडा पिता आ, जिन्हों हुण असीं कहने मैं आत्मा, मेरा पिता परमात्मा, आपां नूं भगती विच किन्ने नामां नाल पुकारिया? ईश्वर, अल्लाह, गॉड, फादर, वाहिगुरु। अब बाबा ने ये प्रश्नावली बनाई है, इस पर तुम बच्चों को समझाने में सहज होगा। ਜਦੋਂ ਪਹਿਲਾਂ ਜੱਗੇ ਸ਼ੁਰੂ ਹੋਇਆ, ਬਾਬਾ ਦੇ ਕੋਲ ਆਉਂਦੇ ਸੀ ਸਟੂਡੈਂਟਸ, ਬਾਬਾ ਨੇ ਉਹਨਾਂ ਲਈ ਕੁਐਸਚਨ ਪੇਪਰ ਬਣਾਇਆ ਸੀ ਤੇ ਪਹਿਲਾਂ ਉਹਨਾਂ ਨੂੰ ਉਹ ਕੁਐਸਚਨ ਪੁੱਛੇ ਜਾਂਦੇ ਸੀ। इस पर तुम बच्चों को समझाने में सहज होगा। जैसे फॉर्म भराया जाता है वैसे प्रश्न भी पूछ सकते हो। जरूर जो पूछते हैं वह नॉलेजफुल है, तो जरूर टीचर ही ठहरा। आत्मा ही शरीर धारण करती है और ऑर्गन से समझाती है। ਆਤਮਾ ਹੀ ਸਰੀਰ ਵਿੱਚ ਬੈਠੀ ਬੋਲਦੀ ਆ ਨਾ, ਹਰ ਆਪਣੇ ਸੈਂਸ ਆਰਗਨਸ ਨੂੰ ਯੂਜ਼ ਕਰ ਰਹੀ ਆ। ਆਤਮਾ ਨਿਕਲ ਜਾਂਦੀ ਆ ਤੇ ਕੋਈ ਵੀ ਸਾਡਾ ਸੈਂਸ ਆਰਗਨ ਆਪਾਂ ਕੰਮ ਨਹੀਂ ਕਰ ਸਕਦਾ, फंक्शन नहीं कर सकता। तो बच्चों को सहज कर समझाने के लिए ये बनाया गया है, परंतु ज्ञान सुनाने वाले बच्चों की अवस्था भी बहुत अच्छी चाहिए। ਪਹਿਲਾਂ ਆਪ ਉਹਨਾਂ ਪ੍ਰਸ਼ਨਾਂ ਨੂੰ ਆਨਸਰ ਕਰਕੇ ਆਪਣੇ ਅੰਦਰ ਧਾਰਨਾ ਕੀਤੀ ਹੋਗੀ, ਤਾਂ ਹੀ ਅਸੀਂ ਪੁੱਛ ਸਕਦੇ ਹਾਂ। बल्कि इसमें ज्ञान बहुत अच्छा हो, योग भी अच्छा हो, परंतु साथ साथ चलन भी अच्छी चाहिए। इत्थे केवल ये नहीं कि ज्ञान सानू बहुत सुनाना आ गया ਜਾਂ ਸਾਡਾ योग बहुत लगना आ गया, फिर वो ज्ञान ते योग ਦਾ जो प्रूफ ਕੀ ਹੋਊਗਾ? ਸਾਡਾ ਚਾਲ ਚਲਨ, ਸਾਡਾ ਰਹਿਣ ਸਹਿਣ, ਸਾਡਾ ਉਦਾਂ ਦਾ ਕਰੈਕਟਰ ਬਣਦਾ ਜਾਊਗਾ। दैवी चलन उनकी होगी जिनमें काम, क्रोध, लोभ, मोह, अहंकार का भूत नहीं होगा। जे साडा ज्ञान ਤਾਂ योग ठीक आ, ਉਹਦੇ ਨਾਲ ਉਹਦਾ ਪ੍ਰੂਫ ਕੀ ਹੋਊਗਾ? ਸਾਡੇ ਵਿੱਚੋਂ ਇਹ 5 ਵਿਕਾਰ ਨਿਕਲਦੇ ਜਾਣਗੇ, ਕਿਉਂਕਿ ਗਿਆਨ ਹੈ ਹੀ ਕਿ ਆਤਮਾ ਨੂੰ ਪਿਉਰੀਫਾਈ ਕਰਨਾ, ਆਤਮਾ ਨੂੰ ਮੈਲਾ ਕੀਤਾ ਇਹ 5 ਵਿਕਾਰਾਂ ਨੇ। ਤੇ ਯੋਗ ਕੀ ਆ? ਪਰਮਾਤਮਾ ਤੋਂ ਤਾਕਤ ਲੈ ਕੇ ਅਸੀਂ ਪਰਿਵਰਤਨ ਸ਼ਕਤੀ ਸਾਡੇ ਵਿੱਚ ਆਉਂਦੀ। ਉਦਾਂ ਤਾਂ ਭਗਤੀ ਵਿੱਚ ਵੀ ਆਪਾਂ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰਿਆਂ ਨੂੰ ਦੁਸ਼ਮਣ ਸਮਝਿਆ, ਵਿਕਾਰ ਸਮਝਿਆ, ਪਰ ਇਹਨਾਂ ਨੂੰ ਜਿੱਤਿਆ ਤਾਂ ਕਿਸੇ ਨੇ ਨਹੀਂ, ਕਿਉਂਕਿ ਤਾਕਤ ਦੇਣ ਵਾਲਾ ਨਹੀਂ ਸੀ ਉੱਥੇ ਕੋਈ। ਹੁਣ ਪਰਮਾਤਮਾ ਆ ਕੇ ਨਾਲ ਨਾਲ ਸਾਨੂੰ ਤਾਕਤ ਦਿੰਦੇ, ਜਦੋਂ ਅਸੀਂ ਬੁੱਧੀ ਉਹਦੇ ਨਾਲ ਲਾਉਂਦੇ, ਤੇ ਫਿਰ ਸਾਨੂੰ ਪ੍ਰੈਕਟੀਕਲ ਵਿੱਚ ਆਪਣੇ ਅੰਦਰ ਮਹਿਸੂਸ ਹੁੰਦਾ ਕਿ ਸਾਡੇ ਵਿੱਚੋਂ ਇਹ ਵਿਕਾਰ ਨਿਕਲਦੇ ਜਾਂਦੇ। ये बड़े बड़े भूत हैं, तुम बच्चों में कोई भी भूत नहीं होना चाहिए, हम हैं भूत निकालने वाले। के ਗਿਆਨ ਤੇ ਯੁਗ ਦਾ ਕੀ ਫਾਇਦਾ ਆ? ਇਹਦੇ ਨਾਲ ਅਸੀਂ 5 ਵਿਕਾਰਾਂ ਤੇ ਜਿੱਤ ਪਾਉਂਦੇ ਆ। ਜੇ ਸਾਡੇ ਅੰਦਰ ਹੀ ਭੂਤ ਹੋਊਗਾ ਤਾਂ ਅਸੀਂ ਦੂਸਰੇ ਦੇ ਭੂਤ ਨੂੰ ਕਿੱਦਾਂ ਨਿਕਾਲ ਸਕਾਂਗੇ? ਕਿ 5 ਭੂਤ ਜੋ ਆ, ਇਸ ਗਿਆਨ ਦੇ ਨਾਲ ਆਪਾਂ ਕਹਿੰਦੇ ਵਿਕਾਰਾਂ ਨੂੰ ਜਿੱਤਿਆ ਜਾ ਸਕਦਾ, ਆਪਣੀਆਂ ਕਰਮਿੰਦਰੀਆਂ ਨੂੰ ਜਿੱਤਿਆ ਜਾ ਸਕਦਾ। ਜੇ ਖੁਦ ਜਿੱਤਾਂਗੇ ਤਾਂ ਹੀ ਅਸੀਂ ਆਪਣੇ ਅਨੁਭਵ ਨਾਲ, ਆਪਣੇ ਐਕਸਪੀਰੀਅੰਸ ਦੇ ਨਾਲ ਕਿ ਇਦਾਂ ਇਦਾਂ ਕਰਕੇ ਗਿਆਨ ਦੇ ਪੁਆਇੰਟਸ ਨੂੰ ਯੂਜ਼ ਕਰੋ ਤਾਂ ਆਹ ਸੰਸਕਾਰ ਪਰਿਵਰਤਨ ਹੁੰਦਾ। ਕਿਉਂਕਿ ਵਿਕਾਰ ਸਾਡੇ ਸੰਸਕਾਰਾਂ 'ਚ ਹੀ ਆ ਨਾ, ਸੰਸਕਾਰ ਪਰਿਵਰਤਨ ਹੁੰਦੇ ਤਾਂ ਵਿਕਾਰ ਨਿਕਲ ਜਾਂਦੇ। वह अशुद्ध आत्माएं जो भटकती हैं उन्हें भूत कहा जाता है। ਆਪਾਂ ਕਿਹਨੂੰ ਕਹਿੰਦੇ ਸੀ? ਆਪਾਂ ਤਾਂ ਪਹਿਲਾਂ ਆਤਮਾ ਹੀ ਉਹਨੂੰ ਕਹਿੰਦੇ ਸੀਗੇ ਕਿ ਜੋ ਸਰੀਰ ਛੱਡ ਜਾਂਦਾ ਸੀ। उस भूत को निकालने वाले भी उस्ताद होते हैं। ये जो 5 विकारों रूपी भूत है, ये तो परमपिता परमात्मा के सिवाय कोई निकाल ना सके। जो 5 ਵਿਕਾਰਾਂ ਨੂੰ ਆ ਕੇ ਜਿੱਤ ਪਵਾਵੇ, ਆਪਣੇ ਕਰਮਿੰਦਰੀਆਂ ਤੇ ਜਿੱਤ ਪਵਾਵੇ, ਉਹ ਕੇਵਲ ਪਿਤਾ ਪਰਮਾਤਮਾ, ਉਹਦੇ ਕੋਈ ਇਹ ਗਿਆਨ ਹੋ ਸਕਦਾ। ਬਾਕੀ ਤਾਂ ਸਭ ਆ ਕੇ ਵਿਕਾਰਾਂ ਦੇ ਵਸ਼ ਹੋ ਗਏ, ਆਪਣੀਆਂ ਕਰਮਿੰਦਰੀਆਂ ਦੇ ਮਥਾਜ ਹੋ ਗਏ। ਕੌਣ ਸਾਨੂੰ ਜੋ ਗਿਰੇ ਹੋਏ ਆ ਸਾਰੇ ਹੀ, ਕੋਈ ਉਠਾਊਗਾ ਕੌਣ? ਉਹੀ ਉਠਾਊਗਾ ਨਾ ਜੋ ਬਾਹਰ ਆ, वही साडा हाथ फड़ के खिंचूगा। सर्व के भूतों को निकालने वाला एक, सर्व की सदगति करने वाला एक, रावण से लिबरेट कराने वाला भी एक, ये है बड़े बड़े भूत। कहा भी जाता है इसमें क्रोध का भूत है। देखो किन्ने भी बड़े भूत क्यों ना होण, मतलब विकार किन्ने भी अपने पुराने जन्मां दे क्यों नहीं साडे विच आ गए, रावण ने किन्ना भी बड़ा होके क्यों ना आवे, कि किन्ने भी डीप रूटेड हो गए, पर निकालने वाला देखो तो कौन है ना? वो सर्व शक्तिवान है।
कहा भी जाता है इसमें क्रोध का भूत, इसमें मोह का और अशुद्ध अहंकार का भूत है। सभी को इन भूतों से छुड़ाने वाला लिबरेटर परमपिता परमात्मा एक ही है। ਕਿਸੇ ਵਿੱਚ ਕਦੀ ਕੋਈ ਭੂਤ ਆ ਜਾਂਦਾ, ਕਿਸੇ ਵਿੱਚ ਕੋਈ ਆ ਜਾਂਦਾ। ਆਪਾਂ ਆਪਣੇ ਵੀ ਮਨ ਨੂੰ ਚੈੱਕ ਕਰੀਏ ਤੇ ਇਹਦੇ ਵਿੱਚੋਂ ਕਦੀ ਆਪਣੇ ਆਪ ਤੇ ਕੋਈ ਕਿਸੇ ਚੀਜ਼ ਦਾ ਸੰਸਕਾਰ ਆਪਣੇ ਵਿੱਚ ਆਊਗਾ, ਕਦੀ ਕਿਸੇ ਤਰ੍ਹਾਂ ਆਪਣਾ ਪੁਰਾਣਾਪਨ ਆਪਾਂ ਨੂੰ ਧੋਖਾ ਦੇਣ ਆਊਗਾ। ਆਪਾਂ ਕੀ ਕਰਨਾ, ਗਿਆਨ ਤੇ ਯੋਗ ਦੇ ਬਲ ਨਾਲ ਚੈੱਕ ਐਂਡ ਚੇਂਜ ਬਾਰ-ਬਾਰ। ਆਪਣੀ ਪ੍ਰੈਕਟਿਸ ਹੀ ਇਹ ਆ। तुम जानते हो इस समय सबसे पावरफुल जो क्रिश्चियन लोग हैं, उनकी अंग्रेजी भाषा के अक्षर भी बहुत अच्छे हैं। जो राजाएं होते हैं वे अपनी भाषा चलाते हैं, देवताओं की भाषा कोई जानते नहीं। हमारी बच्चियां आगे सब कुछ आकर बतलाती थी, 2-4 दिन ध्यान में रहती थी। पहला पहला बाबा ने बच्चियां नू साक्षात्कार कराए ਤੇ ਕਿੰਨਾ ਚਿਰ ਬੱਚੀਆਂ ਧਿਆਨ ਵਿੱਚ ਚਲ ਜਾਂਦੀ ਸੀ, ਵਿਜ਼ਨ ਕਰਕੇ ਆਉਂਦੀ ਸੀ, ਸਤਯੁਗ ਦੇ ਦੇਖ ਕੇ ਆਉਂਦੀ ਸੀ ਕਿ ਉੱਥੇ ਕਿੱਦਾਂ ਦਾ ਸਿਸਟਮ ਹੁੰਦਾ। 2-4 दिन ध्यान में रहती थी। अब कोई बुद्धिमान संदेशी हो जो वहां की भाषा देखकर सुनाए। तुम बच्चे सबको भारत की कहानी सुनाओ। कि भारत की कहानी की आ कि भारत विच ही सतयुग हुंदा, सब तो पहला भारत ही हुंदा ते सब फिर भारत ही सब तो ज़्यादा इस वेले गरीब कंगाल हो गया, क्योंकि सब तो पहला भारत हुंदा ते जदों भारत हुंदा आ सतयुग दे विच हुंदा, सतयुग त्रेता दे विच उदों होर कोई खंड नहीं हुंदा, केवल एक भारत हुंदा ते भारत ही परमात्मा दी जन्म भूमि आ। परमात्मा भारत विच ही आउंदे आ ते सारी की सृष्टि की कहानी की आ भारत के उत्थान ते पतन दी है। एक सॉन्ग भी है ना, जे कहानी है लड़ाई है निर्बल से बलवान की, जे कहानी है भारत के पतन और उत्थान की ना, कि निर्बल से बलवान की लड़ाई किया कि जो माया आ वो साडे ते आके अटैक करदी आ ते सानू निर्बल नाजुक बनाउंदी आ। परमात्मा जदों साडा सर्व शक्तिवान आ, फिर असीं माया दे सर्व तूफानां तो जितदे आ। भारत सत्तो प्रधान था, अभी तमो प्रधान है, पूजे से पुजारी बना है। सत्तो प्रधान जदों आपां सतयुग च हुंदे आ तां फिर हौली हौली सत्तो तो तमो रजो तमो हुंदे आ। हुण अपनी तमो प्रधान अवस्था कि अति ते आ सब दी ते परमात्मा आके फिर तो सानू सत्तो प्रधान बनाउंदे, पूजे से पुजारी बनाउंदे। जो आपां जिन्हां दी भगती कर रहे आ, पुजारी बन गए आ, बाबा आके सानू दसदे ओह तुसी सीगे ते असीं फिर तो आपां सानू पुजारी तो पूजे लायक बनाउंदे आ। भारत में देवताओं के चित्र बहुत हैं, अंधश्रद्धा से पूजते हैं, बायोग्राफी को जानते नहीं। ਹੁਣ ਆਪਾਂ ਸਮਝ ਸਕਦੇ ਨਾ, ਪਹਿਲਾਂ ਤਾਂ ਆਪਾਂ ਨੂੰ ਵੀ ਪਤਾ ਨਹੀਂ ਸੀ, ਆਪਾਂ ਵੀ ਇਦਾਂ ਹੀ ਸਮਝਦੇ ਸੀ ਤੇ ਹੁਣ ਆਪਾਂ ਨੂੰ ਪਤਾ ਲੱਗਦਾ ਕਿ ਅਸੀਂ ਆਪਣੇ ਚਿੱਤਰਾਂ ਦੀ ਪੂਜਾ ਕਰੀ ਜਾਂਦੇ ਆ ਜੋ ਅਸੀਂ ਸਤਯੁਗ ਵਿੱਚ ਸੀ, ਜੋ ਪਾਸਟ ਵਿੱਚ ਸੀ ਅਸੀਂ, ਫਿਰ ਅਸੀਂ ਹੋਰ ਜਨਮ ਲੈਂਦੇ ਲੈਂਦੇ ਹੁਣ ਸਾਡੀ ਬੈਟਰੀ ਡਿਪਲੀਟ ਹੋਈ ਆ, ਪਰ ਜਦੋਂ ਸਾਡੀ ਬੈਟਰੀ ਪੂਰੀ ਚਾਰਜ ਸੀ ਉਹ ਤਾਂ ਅਸੀਂ ਸੀਗੇ। ਜਦੋਂ ਸਾਡੀ ਬੈਟਰੀ ਡਿਸਚਾਰਜ ਹੋ ਗਈ, ਅਸੀਂ ਆਪਣੇ ਵਿੱਚ ਕੁਝ ਕਮੀਆਂ ਮਹਿਸੂਸ ਕਰਨੀਆਂ ਸ਼ੁਰੂ ਕੀਤੀਆਂ, ਆਤਮਾ ਇੰਪਿਓਰ ਹੋ ਗਈ ਤੇ ਆਪਣੇ ਜੋ ਪਿਓਰ ਸਰੂਪ ਆ ਉਹਦੀ ਪੂਜਾ ਕਰਨ ਲੱਗ ਗਏ। ਤੇ ਬਾਬਾ ਕਹਿੰਦੇ ਜਾਣਦੇ ਕੁਛ ਨਹੀਂ, ਅੰਧ ਸ਼ਰਧਾ ਵਿੱਚ ਬਾਇਓਗ੍ਰਾਫੀ ਨੂੰ ਜਾਣਦੇ ਨਹੀਂ, पूजा करी जाते, भक्ति करी जाते। हम सब एक्टर हैं तो ड्रामा के डायरेक्टर आदि का मालूम होना चाहिए, इसलिए प्रश्नावली बनाई है। ਜਦੋਂ ਹੁਣ ਸਾਨੂੰ ਪਤਾ ਲੱਗ ਗਿਆ ਡਾਇਰੈਕਟਰ ਪਿਤਾ ਪਰਮਾਤਮਾ ਆ, ਅਸੀਂ ਇਸ ਡਰਾਮਾ ਦੇ ਐਕਟਰ ਆ, ਤੇ ਇਸ ਬਾਬਾ ਕਹਿੰਦੇ ਤੁਹਾਨੂੰ ਫਿਰ ਸਾਰੇ ਜੋ ਬਾਬਾ ਨੇ ਪ੍ਰਸ਼ਨਾਵਲੀ ਕੁਐਸਚਨ ਆਨਸਰ ਬਣਾਏ ਆ ਸਾਰੇ ਚੱਕਰ ਤੇ, ਜਾਂ ਪੂਰੇ ਜੋ ਬਾਬਾ ਗਿਆਨ ਦਿੰਦਾ ਉਹਦੇ ਤਾਂ ਉਹਦਾ ਸਾਰਾ ਪਤਾ ਹੋਣਾ ਚਾਹੀਦਾ, ਸਾਰੀ हिस्ट्री ज्योग्राफी। पॉप को भी लिखना चाहिए, तुम फॉलोअर्स को कह रहे हो कि ये विनाश की चीजें बंद करो, फिर तुम्हारा ये सब मानते क्यों नहीं है? तुम तो सबके गुरु हो, तुम्हारी तो बहुत महिमा है, फिर भी जे मानते क्यों नहीं है? पॉप ਦਾ ਕਿੰਨਾ ਮਾਨ ਕਰਦੇ ਆ, ਰਿਗਾਰਡ ਕਰਦੇ ਆ। ਬਾਬਾ ਕਹਿੰਦੇ ਉਹ ਵੀ ਕਹਿੰਦੇ ਆ ਆਪਣੇ ਫਾਲੋਅਰਸ ਨੂੰ ਕਿ ਵਿਨਾਸ਼ ਕਰਨ ਵਾਲੀ ਜੋ ਬੰਬਸ ਵਗੈਰਾ ਬਣਾ ਰਹੇ ਬਰੂਦ, ਇਹਨੂੰ ਬੰਦ ਕਰੋ। ਪਰ ਬਾਬਾ ਕਹਿੰਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਫਿਰ ਤੁਹਾਡੀ ਗੱਲ ਮੰਨਦੇ ਕਿਉਂ ਨਹੀਂ, ਅਸਰ ਕਿਉਂ ਨਹੀਂ ਹੋ ਰਿਹਾ ਕਿਸੇ ਤੇ, ਬੰਦ ਕਿਉਂ ਨਹੀਂ ਕਰਦੇ ਇਹ ਚੀਜ਼ਾਂ ਬਣਾਉਣ ਨੂੰ, ਜਦ ਕਿ ਪਤਾ ਆ ਇਹਦੇ ਨਾਲ ਸਾਡਾ ਹੀ ਵਿਨਾਸ਼ ਹੋਣਾ ਆ।
तुम तो सबके गुरु हो, तुम्हारी तो बहुत महिमा है, फिर भी ये मानते क्यों नहीं है? कारण तुम नहीं जानते हो तो हम आपको बताते हैं। ਆਪਾਂ ਨੂੰ ਤਾਂ ਕਾਰਨ ਪਤਾ ਆ ਨਾ, ਇਹ ਡਰਾਮਾ ਆ, ਡਰਾਮਾ ਨੇ ਤਾਂ ਆਪਣੇ ਅਨੁਸਾਰ ਚੱਲੀ ਜਾਣਾ। ਭਾਵੇਂ ਕੋਈ ਬਾਬਾ ਕਹਿੰਦੇ ਹੁੰਦੇ ਕਿੰਨੀਆਂ ਸ਼ਾਂਤੀ ਲਈ ਕਾਨਫਰੰਸਿਸ ਕਰਦੇ ਆ, ਕੁਛ ਵੀ ਕਰਦੇ ਆ, ਕੋ ਬਾਬਾ ਕਈ ਵਾਰ ਕਹਿੰਦੇ ਹੁੰਦੇ ਪਾਪੂਲੇਸ਼ਨ ਨੂੰ ਰੋਕਣ ਲਈ ਬਰਥ ਕੰਟਰੋਲ ਕਰਦੇ ਆ, ਪਰ ਫਿਰ ਵੀ ਡਰਾਮਾ ਆਪਣੀ ਲਹਿ ਨਾਲ ਚੱਲੀ ਜਾਂਦਾ। ਸਾਰਿਆਂ ਨੂੰ ਇਹ ਵੀ ਅੰਦਰ ਮਹਿਸੂਸ ਤਾਂ ਹੋ ਰਿਹਾ ਆ ਕਿ ਜੋ ਵੀ ਇੰਨੇ ਬੰਬਸ ਵਗੈਰਾ ਬਣਾਈ ਜਾਂਦੇ ਆ, ਇਹ ਕਿੰਨੇ ਸ਼ਕਤੀਸ਼ਾਲੀ ਆ, ਜਿਹਦੇ ਨਾਲ ਇੱਕ ਬੰਬ ਨਾਲ ਕਿੰਨੇ ਤੁਸੀਂ ਦੁਨੀਆ ਉਡਾ ਸਕਦੇ ਆ। ਤੇ ਵਿਨਾਸ਼ ਵਾਲੀਆਂ ਚੀਜ਼ਾਂ ਬਣਾਉਂਦੇ ਕਿਉਂ ਆ ਤੁਸੀਂ? ਤੇ ਫਿਰ ਇੱਕ ਤਾਂ ਪਾਸੇ ਤਾਂ ਇੰਨਾ ਤਰੱਕੀ ਕਰਨਾ ਚਾਹੁੰਦੇ, ਦੂਜੇ ਪਾਸੇ ਵਿਨਾਸ਼ ਕਰਨ ਦੀਆਂ ਚੀਜ਼ਾਂ ਕਿਉਂ ਬਣਾਉਂਦੇ ਆ? ਤੇ ਫਿਰ ਰੋਕਦੇ ਵੀ ਆ, ਪਰ ਫਿਰ ਰੁਕਦੀਆਂ ਕਿਉਂ ਨਹੀਂ? ਇਹ ਤਾਂ ਆਪਾਂ ਨੂੰ ਪਤਾ ਨਾ ਕਿ ਜੋ ਡਰਾਮਾ ਆ ਇਹਨੇ ਫਿਰ ਪੂਰਾ ਵੀ ਤਾਂ ਹੋਣਾ ਆ ਨਾ। ਜੇ ਚੀਜ਼ਾਂ ਹੋਣਗੀਆਂ ਵਿਨਾਸ਼ ਵਾਲੀਆਂ, ਫਿਰ ਹੀ ਤਾਂ ਇਹ ਚੀਜ਼ਾਂ ਦੇ ਨਾਲ ਪ੍ਰਕਿਰਤੀ ਫਿਰ ਤੋਂ ਸਤੋ ਪ੍ਰਧਾਨ ਬਣੂਗੀ, ਸ੍ਰਿਸ਼ਟੀ ਨਵੀਂ ਬਣੂਗੀ। मतलब सृष्टि तो यही है, पर प्यूरिफाई होगी। बाबा कहते तुम बतला सकते हो कि हम आपको बताते हैं, ये कोई तुम्हारी मत पर नहीं है, ये ईश्वरी मत पर बना रहे हैं। देखो कई बार बाबा कहते बाबा नहीं उन्होंने प्रेरणा दिंदा कि बॉम्ब बनाओ या बॉम्ब चलाओ, वो तो अपने आप ही उन्होंने अंदर उन्होंने बुद्धि आ, पर ड्रामा अनुसार उन्होंने बुद्धि भी उन्होंने प्रेरणा दिंदी आ। स्वर्ग की स्थापना एडम ईव द्वारा हो रही है। नॉलेजफुल गॉड है, वह है गुप्त। एडम ईव किनू कहते आ? ब्रह्मा बाबा ते मम्मा। वह है गुप्त, जरूर उनकी सेना उनकी मत पर चलने वाली होगी। उन्होंने सेना केड़ी आ? ब्रह्मा मां आ ते शिव बाबा, आपां सारे नाल बच्चे आ, शिव शक्ति सेना आ। ऐसे ऐसे समझाना चाहिए, परंतु बच्चे इनका इतना विशाल बुद्धि नहीं है, इसलिए स्क्रू को टाइट करना पड़ता है। ਇਹ ਮੁਰਲੀ ਬਾਬਾ ਨੇ ਮੈਨੂੰ ਲੱਗਦਾ 68 ਦੀ ਚੱਲੀ ਹੋਆ। ਉਸ ਤੋਂ ਬਾਅਦ ਤਾਂ ਬਹੁਤ ਸੇਵਾਵਾਂ ਵਧੀਆਂ। ਦੇਖੋ ਬਾਬਾ ਦੇ ਇਦਾਂ ਦੇ ਬੱਚੇ ਨਿਕਲੇ ਆ, ਇੰਨੀ ਸੇਵਾ ਕੀਤੀ ਆ, ਤੇ ਜਿਹਦੇ ਨਾਲ ਉਹਨਾਂ ਨੇ ਸਭ ਕੁਝ ਜੋ ਬਾਬਾ ਨੇ ਮੁਰਲੀਆਂ ਚ ਡਾਇਰੈਕਸ਼ਨਸ ਦਿੱਤੀਆਂ ਉਦਾਂ ਕਰਕੇ ਸਾਰਾ ਕੁਝ ਸਿੱਧ ਕਰਕੇ ਖੁਦ ਆਪ ਬਣ ਕੇ ਪੰਜਾਂ ਵਿਕਾਰਾਂ ਨੂੰ ਜਿੱਤ ਕੇ ਦਿਖਾਇਆ ਆ, ਤੇ ਉਹ ਸਾਰੀ ਸੇਵਾ ਕਰਕੇ ਦਿਖਾਈ ਆ। इसलिए स्क्रू को टाइट करना पड़ता है। जैसे इंजन ठंडी होती है तो उसे तेज करने के लिए कोयले डालते हैं। बाबा उसले बच्चों ਨੂੰ ਸੇਵਾ ਦੇ ਲਈ ਡਾਇਰੈਕਸ਼ਨਸ ਦੇ ਰਹੇ ਹੋਣੇ ਆ, ਤਾਂ ਬਾਬਾ ਕਹਿੰਦੇ ਜਦੋਂ ਵਿਸ਼ਾਲ ਬੁੱਧੀ ਨਹੀਂ ਬੱਚੇ, ਫਿਰ ਮੈਨੂੰ ਸਕਰੂ ਟਾਈਟ ਕਰਨਾ ਪੈਂਦਾ ਆ। ਜੇ ਇੰਜਨ ਠੰਡੀ ਹੋ ਜਾਂਦੀ ਉਹ ਚ ਕੋयले ਪਾਉਣੇ ਪੈਂਦੇ ਆ। ये भी ज्ञान के कोयले है ना। परमपिता परमात्मा सबसे बड़ा है, सब उनको सलाम करने आएंगे। डबल अंडरलाइन कि एक दिन सारिਆਂ ਨੂੰ ਆਉਣਾ ਪੈਣਾ। ਇਹ ਪਿਤਾ ਪਰਮਾਤਮਾ ਚਾਹੇ ਅੱਜ ਕੋਈ ਮੰਨਦੇ ਆ ਚਾਹੇ ਨਹੀਂ ਮੰਨਦੇ ਆ ਇਸ ਗਿਆਨ ਨੂੰ, ਪਰ ਜਦੋਂ ਡਰਾਮਾ ਪੂਰਾ ਹੋਣਾ ਅੰਤ ਤੇ ਆਤਮਾਵਾਂ ਨੂੰ ਪਤਾ ਲੱਗਣਾ ਆ ਕਿ ਸਾਡਾ ਪਿਤਾ ਆਇਆ ਆ, ਕਿਉਂਕਿ ਹਰ ਆਤਮਾ ਦਾ ਉਹ ਪਿਤਾ ਆ, ਹਰ ਆਤਮਾ ਉਹਨੂੰ ਬਿਲੋਂਗ ਕਰਦੀ ਆ। ਅੱਜ ਹਾਲੇ ਵਿਚਾਰਿਆਂ ਨੂੰ ਨਹੀਂ ਉਹ ਹਾਲੇ ਪਾਠ ਖੁੱਲ ਰਿਹਾ, ਪਰ ਖੁੱਲਣਾ ਆ ਸਾਰਿਆਂ ਦਾ। बाबा कहते बाप को जानते नहीं, पर बाप को जानने करने आएंगे। पॉप को भी सब पावरफुल समझते हैं, पॉप को जितना मान देते हैं उतना और किसी को नहीं देते। बाप को जानते नहीं, वह तो है गुप्त, उनको सिर्फ बच्चे ही जानते हैं और मर्तबा लेते हैं। असी जो बच्चे बनते असी ओनू कल्ला हाले जानते, पर बाप तो वो सब दा आ। परंतु माया ऐसी है जो बच्चों को भी ऐसे बाप का रिगार्ड रखने नहीं देती। सानू पता है वो सर्वशक्तिवान आया, वो साडा पिता आ। संसार नाल असी बिलोंग नहीं करते, संसार नाल केवल खेड खेडण आए आ, असी ओहदे आ। फिर भी बुद्धि बार बार संसार च जाती। आपां अपने आप नूं जे क्वेश्चन करिए कि बार बार असी मन नूं पुछीए कि मन की लैण जाना संसार चों, बिलोंग तां तू परमात्मा ना करदा। ਸਿੱਖਿਆਵਾਂ ਤਾਂ ਪਰਮਾਤਮਾ ਦੀਆਂ ਚੱਲਣ ਦੇ ਨਾਲ ਤੇਰੀ ਅੰਤਮਤੀ ਸੁਗਤੀ ਹੋਣੀ ਆ, ਹੋਰ ਇੱਥੇ ਦਾ ਕੁਝ ਵੀ ਪ੍ਰਾਪਤ ਕਰ ਲਾ। ਹਾਂ ਜਿੰਨਾ ਚਿਰ ਸਰੀਰ ਆ ਉਹ ਸਭ ਕੁਝ ਕਰਨਾ ਆ, ਚਾਹੀਦਾ ਆ, ਨਿਭਾਉਣਾ ਆ, ਪਰ ਅੰਦਰ ਜੋ ਬੁੱਧੀ ਆ ਉਹ ਇੱਕ ਰਸ ਰਹੇ, ਇਕਾਗਰ ਰਹੇ ਕਿ ਬਾਪ ਦਾ ਇੰਨਾ ਰਿਗਾਰਡ ਹੋਵੇ। बाबा विश्व का मालिक बनाते हैं, जे नशा बाहर निकलने से खत्म हो जाता है। हम बाबा से डबल सिरताज का वर्षा क्यों नहीं लेंगे। मैं मेरे ਵਿੱਚ ਆਉਣ ਦੀ ਆਪਾਂ ਨੂੰ ਆਦਤ ਪਈ ਨਾ, ਬਾਹਰ ਤੋਂ ਮਾੜਾ ਜਿਹਾ ਕੋਈ ਮਾਣ ਮਿਲਦਾ, ਮਾੜੀ ਜਿਹੀ ਹੋਰ ਖੁਸ਼ੀ ਮਿਲਦੀ, ਸੰਸਾਰ ਦਾ ਆਕਰਸ਼ਣ ਹੁੰਦਾ, ਫਟ ਬਾਬਾ ਬੁੱਧੀ ਚੋਂ ਨਿਕਲ ਜਾਂਦਾ ਕਿ ਬਾਬਾ ਤਾਂ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਇਆ ਆ।
ये है सपूत बच्चों का नशा, परंतु बहुत बच्चे ऐसे हैं जिन्हें काम, क्रोध, लोभ का भूत आ जाता है। बाबा मुरली चलाते हैं तो अंदर आता है कि अभी तक हमारे में काम का हल्का नशा है। बाबा कहते पर बच्चे हाले इदां दे आ कि जिन्हां विच हाले विकारां दा नशा आ। पर देखो ये मुरली भी 68 दी आ। हुण तां बाबा दे बच्चियां ने किदां अपने आप नूं एनूं प्यूरीफाई करके दिखाया आ। किन्ने बाबा दया विस्तार होया ज्ञान दा, किन्ने कंट्रीज सारे संसार विच, ते बाबा दे किदां किदां बच्चे अपना पुरुषार्थ करके कित्थे तक अगे पहुंचे। अगर एक तरफ मजबूत हैं तो कुछ हो नहीं सकता। कहाँ स्त्री मजबूत रहती, कहाँ पुरुष। बाबा के पास सब किस्म के समाचार आते हैं। कोई सच्ची दिल से लिखते हैं, अंदर बाहर बड़ी सफाई चाहिए। कोई बाहर के सच्चे, अंदर के झूठे हैं। तूफान बहुतों को आता है, लिखते हैं बाबा आज मेरे को काम का तूफान आया परंतु बच गया। अगर नहीं लिखते तो एक दंड दूसरा आदत बढ़ती जाएगी। ਜਦੋਂ ਆਪਾਂ ਬਾਬਾ ਨੂੰ ਸੱਚੇ ਦਿਲ ਨਾਲ ਆਪਣੀ ਕਮਜ਼ੋਰੀ ਅੰਦਰ ਦੱਸਦੇ ਹਾਂ, ਉਹਦੇ ਨਾਲ ਕੀ ਆ, ਆਪਾਂ ਨੂੰ ਫਾਇਦਾ ਹੁੰਦਾ। ਲੁਕਾਉਣ ਦੇ ਨਾਲ ਆਪਾਂ ਨੂੰ ਹੀ ਘਾਟਾ ਪੈਂਦਾ। ਬਾਬਾ ਕਹਿੰਦੇ ਜੇ ਦੱਸਦੇ ਆ, ਇੱਕ ਤਾਂ ਉਹ ਜਿਹੜਾ ਦੰਡ ਜੋ ਮਿਲਣਾ ਸੀ ਉਹਦਾ ਸਜ਼ਾ ਘੱਟ ਕੰਮ ਹੋ ਗਈ, ਦੂਸਰਾ ਫਿਰ ਸਾਡਾ ਸੰਸਕਾਰ ਵੀ ਅੱਗੇ ਤੋਂ ਉਹ ਵਧੂਗਾ ਨਹੀਂਗਾ। ਅਸੀਂ ਉੱਥੇ ਕੱਟ ਕਰ ਲਿਆ ਸੰਸਕਾਰ ਨੂੰ, ਬਾਬਾ ਨੂੰ ਦੱਸਿਆ, ਸੌਰੀ ਮੰਗੀ, ਗਲਤੀ ਫੀਲ ਕੀਤੀ ਆਪਣੀ, ਫਿਰ ਜਦੋਂ ਅੰਦਰ ਅਸੀਂ ਮਹਿਸੂਸ ਕਰ ਲਿਆ ਫਿਰ ਅਸੀਂ ਉਹਨੂੰ ਪਰਿਵਰਤਨ ਕਰਨਾ ਸ਼ੁਰੂ ਕਰਾਂਗੇ। आखिर गिर आखिर गिर पड़ेंगे। बाबा की बच्चों में उम्मीद तो रहती है ना, थोड़ी ग्रहचारी होती है तो वह उतर जाती है। कई हैं जो आज अच्छे चल रहे हैं, कल मूर्छित हो जाते हैं, वह गला घुट जाता है। जरूर कोई अवज्ञा करते हैं। ਆਪਾਂ ਆਪਣੇ ਆਪ ਨੂੰ ਚੈੱਕ ਕਰਾਂਗੇ, ਆਪਣੀ ਸਾਰਿਆਂ ਨਾਲ ਹੁੰਦੀ ਆ। ਥੋੜਾ ਜਿਹਾ ਵੀ ਆਪਾਂ ਅਲਵੇਲੇ ਹੁੰਦੇ ਆ, ਥੋੜਾ ਜਿਹਾ ਵੀ ਜਿੱਦਾਂ ਆਪਾਂ ਨੂੰ ਬਿਜ਼ੀ ਹੋ ਜਾਂਦੇ ਹੋਰ ਕਿਸੇ ਕੰਮ ਵਿੱਚ, ਸੰਸਾਰ ਵਿੱਚ ਕੋਈ ਬੁੱਧੀ ਚਲ ਜਾਂਦੀ ਆ, ਫਿਰ ਬਾਬਾ ਕੀ ਕਹਿੰਦੇ ਅੱਜ ਬਹੁਤ ਅੱਛੀ ਅਵਸਥਾ ਆ, ਕੱਲ ਨੂੰ ਕੀ ਆ ਮੁਰਸ਼ਿਦ ਹੋ ਜਾਂਦੇ। ਆਪਾਂ ਹੀ ਆਪਾਂ ਨੂੰ ਆਪਣੇ ਆਪ ਨੂੰ ਦੇਖਾਂਗੇ ਅੱਜ ਸਟੇਜ ਸਾਡੀ ਮਨ ਦੀ ਬਹੁਤ ਚੰਗੀ ਆ, ਥੋੜਾ ਜਿਹਾ ਹੀ ਅਸੀਂ ਗਿਆਨ ਯੋਗ ਦੇ ਵਿੱਚ ਜਾਂ ਕੋਈ ਅਵਗਿਆ ਕਰ ਲਈ, ਕੁਛ ਵੀ ਆਪਣਾ ਉੱਪਰ ਨੀਚੇ ਹੋ ਜਾਂਦਾ, ਫਿਰ ਕੀ ਆ ਉਹਦੀ ਸਾਨੂੰ ਸਜ਼ਾ ਮਿਲਦੀ ਹੈ। ਬਾਬਾ ਕਹਿੰਦਾ ਗਲਾ ਘੁੱਟ ਜਾਂਦਾ ਹੈ। ਜੇ ਮੁਰਸ਼ਿਦ ਹੋ ਜਾਂਦੇ, ਮੁਰਝਾ ਜਾਂਦੇ ਆ, ਫਿਰ बुद्धि भटकन लग जाती है, थोड़ा माया दे वश हो जाते हैं। हर बात में सच्चा रहना चाहिए, तब ही सचखंड के मालिक बनेंगे। ये बाहर तो हम सब कुछ करिए, पर अंदर जो अपनियां धारनावां आ, जो अपनी अपना प्रतिज्ञा की हुई आ, उहदे विच कदी हल्के नहीं होना, उहदे विच कदी कमजोर नहीं पैना। झूठ बोलेंगे तो बीमारी वृद्धि को पाते नुकसान कर देगी। ਝੂਠ ਅਸੀਂ ਬਾਬਾ ਨਾਲ ਤਾਂ ਦੇਖੋ ਕੋਈ ਝੂਠ ਬੋਲ ਨਹੀਂ ਸਕਦਾ, ਉਹਨੂੰ ਤਾਂ ਸਾਡੀ ਸਾਰੀ ਸਮਝ ਆ, ਸਾਡੇ ਨਾਲੋਂ ਜ਼ਿਆਦਾ ਉਹ ਸਾਨੂੰ ਜਾਣਦਾ। ਪਰ ਅਸੀਂ ਕਿਹਨਾਂ ਝੂਠ ਬੋਲਦੇ, ਆਪਣੇ ਆਪ ਨਾਲ ਅਸੀਂ ਠੱਗੀ ਕਰਦੇ ਹਾਂ। ਅਸੀਂ ਆਪਣੇ ਮਨ ਨੂੰ ਥੋੜੀ 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 ਲਗਾਮ ਜਦੋਂ ਢਿੱਲੀ ਕਰਦੇ ਜਾਂਦੇ ਹਾਂ ਤੇ ਮਨ ਫਿਰ ਉਸ ਅਵਸਥਾ 'ਚ ਹੀ ਪਹੁੰਚ ਜਾਂਦਾ, ਫਿਰ ਇਹਨੂੰ ਪਕੜ ਕੇ ਲਿਆਉਂਦੇ ਹਾਂ। ਤੇ ਇਦਾਂ ਕੀ ਆ, ਅਸੀਂ ਟਾਈਮ ਵੇਸਟ ਕਰਦੇ, એનર્ਜੀ ਵੇਸਟ ਕਰਦੇ ਹਾਂ। ਜੇ ਮਨ ਨੂੰ ਪੱਕੀ ਡਾਇਰੈਕਸ਼ਨ ਦੇ ਕੇ ਇੱਕ ਵਾਰ ਇਹਦੀ ਲਗਾਮ ਕੱਸੀ ਹੋਆ, फिर ये बार बार गलती नहीं करूंगा। बच्चों को बड़ी युक्ति से प्रश्नावली लिखना चाहिए। अब आज बाबा नू सारी मुरली च प्रश्नावली याद आई हुआ, जो बाबा ने प्रश्न बनाए सी कि पूछो कि परमात्मा नाल तुहाडा की संबंध आ, किनू याद करदे आ ना। इदां इदां दे बाबा ने बहुत सोहने क्वेश्चन दा पेपर बनाया सी, जदों कोई जांदा सी उहनूं पुछे जांदे सी, परम पिता परमात्मा से तुम्हारा क्या संबंध है। जब पिता है तो सर्वव्यापी की बात नहीं। देखो जे हुण आपां नूं कोई आपां किसी नूं पुछीए कि सारे कहंदे ना भी किहदे आपां कहंदे वो परम पिता परमात्मा दे, आपां कहंदे उहदे नाल संबंध की, ਉਹ ਕਹਿੰਦੇ ਪਿਤਾ ਆ। ਫਿਰ ਪਿਤਾ ਆ ਤਾਂ ਆਪਾਂ ਨੂੰ ਕਾਹਤੇ ਕਹਿੰਦੇ ਕਣ ਕਣ ਚ ਆ। ਪਿਤਾ ਕਿੱਦਾਂ ਕਣ ਕਣ ਚ ਹੋ ਸਕਦਾ, ਤੇਰੇ ਮੇਰੇ ਚ ਸਭ ਚ ਕਿੱਦਾਂ ਹੋ ਸਕਦਾ। ਉਹ ਪਿਤਾ ਆ, ਅਸੀਂ ਬੱਚੇ ਆ। ਫਿਰ ਇਦਾਂ ਇਦਾਂ ਕਰਕੇ ਆਪਣੀ ਬੁੱਧੀ ਨੂੰ, ਹਰ ਕੋਈ ਆਪਣੀ ਬੁੱਧੀ ਨੂੰ ਥੋੜਾ ਥੋੜਾ ਕੀਆ ਕਿ ਉਹਨੂੰ ਸੋਚਦਾ ਉਹਦੇ ਵਿੱਚ ਕਿ ਇਹ ਤਾਂ ਹੋ ਨਹੀਂ ਸਕਦਾ, ਫਿਰ ਅਸੀਂ ਪਿਤਾ ਕਹਿੰਦੇ ਆ, ਅਸੀਂ ਉਹਨੂੰ ਕਣ ਕਣ ਚ ਵੀ ਕਹਿ ਦਿੰਦੇ ਆ। वह सर्व का सदगति दाता है, पतित पावन है, गीता का भगवान है, तो जरूर कभी आकर ज्ञान दिया होगा। जद सारी दुनिया ਉਹਨੂੰ ਇੰਨਾ ਯਾਦ ਕਰਦੀ ਆ ਕਿ ਕਹਿ ਵੀ ਦਿੰਦੇ ਆ ਜੋ ਗੀਤਾ ਆ ਉਹਦੇ ਉਹਨੇ ਆ ਕੇ ਸੁਣਾਈ ਆ। गीता का का भगवान,
ਤੇ ਫਿਰ ਬਾਬਾ ਕਹਿੰਦੇ ਉਹ ਕਦੀ ਆਇਆ ਹੋਊਗਾ, ਗਿਆਨ ਦਿੱਤਾ ਹੋਊਗਾ, ਉਹਨੇ ਗੀਤਾ ਗਾਈ ਹੋਊਗੀ, ਤਾਂ ਹੀ ਤਾਂ ਫਿਰ ਉਹਨੂੰ ਇੰਨਾ याद करते आ। अगर ये बात है तो उनकी जीवन कहानी को जानते हो। जे कह देंगे आ गीता भगवान ने सुनाई आ, गीता ज्ञान दिता आ, जिहदे नाल सदगति होई आ, फिर तो राजयोग दे नाल दुनिया स्वर्ग बनदी आ, आत्मा मानस तो देवता बनदी आ राजयोग दे नाल। फिर उन्हें कदों आके वो राजयोग सिखाया। आपां कहंदे तां आए मानस तो देवता कीए करत ना लागी बात, ਉਹਨੂੰ केवल एक रट्टे दे रूप ਵਿੱਚ ਅਸੀਂ ਪੜ੍ਹਦੇ ਆਏ, ਪਰ ਕਦੋਂ ਬਣਾਏ, ਕਿਹਨੇ ਬਣਾਏ ਤੇ ਕਿੱਦਾਂ ਬਣਾਏ, ਉਹ ਸਾਰਾ ਹੁਣ ਆਪਾਂ ਸਮਝ ਰਹੇ ਹਾਂ ਕਿ ਉਹ ਕਦੇ ਆਇਆ ਸੀ, ਆਪਾਂ ਕਦੀ ਸੋਚਿਆ ਨਹੀਂ ਸੀ ਕਦੋਂ ਉਹਨੇ ਆ ਕੇ ਮਾਨਸ ਤੋਂ ਦੇਵਤਾ ਕੀਤੇ ਸੀ। ਇਸ ਸਮੇਂ ਦਾ ਗਾਇਨ ਹੈ ਨਾ, ਇਸ ਸਮੇਂ ਪਰਮਾਤਮਾ ਖੁਦ ਆਇਆ। ਜਦੋਂ ਡਰਾਮਾ ਪੂਰਾ ਹੋਣ ਤੋਂ ਆਉਂਦਾ, ਬਾਬਾ ਨੇ ਕੱਲ ਵੀ ਕਿਹਾ ਨਾ ਕਿ ਕਲਯੁਗ ਤੋਂ ਸਤਯੁਗ ਬਣਾਉਣ ਵਾਲਾ ਕੇਵਲ ਇੱਕ ਪਿਤਾ ਪਰਮਾਤਮਾ ਹੈ। ਤੇ ਫਿਰ ਕਦੋਂ ਬਣਾਊਗਾ? ਜਦੋਂ ਸ੍ਰਿਸ਼ਟੀ ਕਲਯੁਗੀ ਹੋ ਜਾਊ, ਕਿ ਉਹ ਕਲਪ ਦੇ ਐਂਡ ਤੇ ਆਉਂਦਾ ਸੰਗਮ ਯੁਗ ਚ, ਯੁਗੇ ਯੁਗੇ ਨਹੀਂ ਆ ਸਕਦਾ, ਕਿਉਂਕਿ ਜਦੋਂ ਸ੍ਰਿਸ਼ਟੀ ਕਲਯੁਗ ਬਣੂ ਫਿਰ ਹੀ ਤਾਂ ਉਹਨੂੰ ਆ ਕੇ ਸਤਯੁਗੀ ਬਣਾਓ। ਜਦੋਂ ਹਾਲੇ ਡਰਾਮਾ ਚੱਲਦਾ ਹੈ ਉਹਦੇ ਵਿੱਚ ਤਾਂ ਆ ਕੇ ਇੰਟਰਫੇਅਰ ਨਹੀਂ ਕਰੂਗਾ। ਤੇ ਇਸ ਸਮੇਂ ਦਾ ਗਾਇਨ ਆ ਜਦੋਂ ਪਰਮਾਤਮਾ ਆ ਕੇ ਇਸ ਸ੍ਰਿਸ਼ਟੀ ਨੂੰ ਫਿਰ ਤੋਂ ਪਿਊਰੀਫਾਈ ਕਰਦਾ। ਨਹੀਂ ਜਾਣਤੇ ਤਾਂ ਵਰਸਾ ਮਿਲ ਨਾ ਸਕੇ। ਜੇ ਅਸੀਂ ਉਹਦੀ ਕਹਾਣੀ ਨੂੰ ਹੀ ਨਹੀਂ ਜਾਣਦੇ, ਆਪਣੇ ਪਿਤਾ ਨੂੰ ਹੀ ਨਹੀਂ ਜਾਣਦੇ, ਫਿਰ ਸਾਨੂੰ ਉਹਦਾ ਵਰਸਾ ਵੀ ਕਿੱਦਾਂ ਮਿਲੂਗਾ? ਜੇ ਅਸੀਂ ਉਹਨੂੰ ਕਣ ਕਣ ਵਿੱਚ ਕਿੰਨੇ ਉਹਨੂੰ ਜਾਣਦੇ ਹੀ ਨਹੀਂ, ਫਿਰ ਉਹਦੇ ਵਰਸੇ ਤੇ ਅਸੀਂ ਕਿੱਦਾਂ ਹੱਕਦਾਰ ਬਣਾਂਗੇ? पिता से जरूर वर्षा मिलेगा। फिर दूसरा प्रश्न पूछो, प्रजापिता ब्रह्मा और उनकी मुख वंशावली को जानते हो? बाबा कहते पहला प्रश्न पूछो कि ਉਹਦੇ ਨਾਲ संबंध की है, दूसरा क्वेश्चन की पूछो कि प्रजापिता ब्रह्मा और उनकी वंशावली को जानते हो। ਜੇ ਹੁਣ ਆਪਾਂ ਨੂੰ ਕੋਈ ਪੁੱਛੇ ਤਾਂ ਜਾਣਦੇ ਆ ਨਾ ਸਾਰੇ ਪ੍ਰਜਾਪਤਾ ਬ੍ਰਹਮਾ ਕੀ ਵੰਸ਼ਾਵਲੀ ਕੌਣ ਆ? ਆਪਾਂ ਸਾਰੇ ਬੱਚੇ ਆ। जिसका नाम सरस्वती है वह है ज्ञान गणेश्वरी। जो मम्मा जिन्हां ਦੀ ਛੋਟੀ ਮੁਰਲੀ ਹੁੰਦੀ ਆ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਨੇ ਜੋ ਕੰਨਿਆ ਗਿਆਨ ਚ ਆਈ, ਉਹਨੇ ਗਿਆਨ ਨੂੰ ਇੰਨੀ ਚੰਗੀ ਤਰ੍ਹਾਂ ਧਾਰਨ ਕੀਤਾ, ਇੰਨੀ ਤਿੱਖੀ ਬੁੱਧੀ ਨਿਕਲੀ ਕਿ ਗਿਆਨ ਦੀ ਧਾਰਨਾ ਇੰਨੀ ਉਹਦੇ ਵਿੱਚ ਸੋਹਣੀ ਹੋਈ ਕਿ ਜੋ ਬਾਬਾ ਨੇ ਜੋ ਬੱਚੇ ਗਿਆਨ ਵਿੱਚ ਆਏ ਸੀ ਉਹਨਾਂ ਦਾ ਬੋਰਡਿੰਗ ਹਾਊਸ ਬਣਾਇਆ ਸੀ। ਤੇ ਨਿਰਾਕਾਰ ਪਰਮਾਤਮਾ ਤਾਂ ਗਿਆਨ ਦਿੰਦੇ ਆ ਤੇ ਬ੍ਰਹਮਾ ਬਾਬਾ ਦਾ ਰੱਥ ਵਿੱਚ ਗਿਆਨ ਦਿੰਦੇ ਆ। ਬ੍ਰਹਮਾ ਬਾਬਾ ਤਾਂ ਮੇਲ ਆ। ਫਿਰ ਜੋ ਛੋਟੇ ਬੱਚਿਆਂ ਦੀ ਪਾਲਣਾ ਕਰਨਾ, ਫਿਰ ਉਹ ਮੰਮਾ ਜਿਹੜੇ ਉਹਨਾਂ ਨੂੰ ਕੀਤਾ ਹੈ ਨਾ, ਉਹ ਕਰਦੇ ਸੀ ਪਾਲਣਾ, ਤੇ ਉਹੋ ਹੀ ਗਿਆਨ ਦੇ ਨਾਲ ਵੀ ਪਾਲਣਾ ਕਰਦੇ ਸੀ, ਉੱਦਾਂ ਵੀ ਬੱਚਿਆਂ ਦੀ ਬਹੁਤ ਪਾਲਣਾ ਕਰਦੇ ਸੀ। ਤੇ ਭਾਵੇਂ ਉਹ ਇੰਨੀ ਛੋਟੇ ਸੀ, ਸਾਰੇ ਉਹਨਾਂ ਤੋਂ ਵੱਡੀ ਉਮਰ ਦੇ ਵੀ ਉਹਨਾਂ ਨੂੰ ਮੰਮਾ ਕਹਿੰਦੇ ਸੀ ਕਿ ਗਿਆਨ गणेश्वरी ਉਹ ਕੌਣ ਆ? ਜੋ जगदम्बा। अब ये प्रजापिता और जगत अंबा कौन है? उनको धन लक्ष्मी भी कहते हैं। फिर सतयुग विच जाके वही देवियां दी पूजा हुंदी लक्ष्मी दे रूप विच। तब ज्ञान गणेश्वरी नहीं है, उदों थोड़ा ज्ञान दिंदी आ, उदों तो प्रलब्ध भोगदी आ, उहदा उन्हें स्टेटस पाया आ, लक्ष्मी बनी आ, जो इस समय उन्हें ज्ञान दिता गया, ज्ञान दी उन्होंने जो प्रलब्ध मिली। फिर ये ब्रह्मा सरस्वती राज राजेश्वरी बनते हैं तो उनके बच्चे भी जरूर स्वर्ग के मालिक बनते होंगे। जब असी उन्हां दे बच्चे हैं वो स्वर्ग के मालिक बनते, असी भी उन्हां दे नाल हैं, उन्हां दी वंशावली आ, तो उहो ही असी भी बनते हैं, पूरी डायनेस्टी आ। अब ये है संगम कुंभ। उस कुंभ के मेले में देखो क्या होता है। भक्ति मार्ग के अर्थ और इसमें रात दिन का फर्क है। वह है पानी की नदी और सागर का मेला। वो कुंभ दा मेला किया कि सागर ते नदी दा मेला। ये तो जानने की बातें हैं ना, तब तो पूछते हैं इस मात पिता के ज्ञान से तुम राज राजेश्वरी बन सकते हो। ते इत्थे असी किया ज्ञान सागर परमात्मा दे नाल साडा मिलन होया। ईश्वर सर्वव्यापी कहने से मुख क्या मीठा होगा। जद असी कहता वो कण कण विच आ, सानू कित्थे उहदा फिर प्यारा अनुभव होना सी। हुण तां असी ठिक्कर बित्तर कुत्ते बिल्ली च कहता, फिर उन्हां कनैक्शन कित्थे लाउंदे। जद उन्हों ही सारी जगह ते कहता, बुद्धि भी सारी जगह ते भटकाई रखे। अभी तुम्हें भक्ति का फल ज्ञान मिलता है, अभी भगवान पढ़ाते हैं तो धक्का खाना बंद हो गया। सारी बुद्धि दी गल आ, फिजिकल दा कुछ भी नहीं इत्थे, फिजिकल लेवल ते। बाबा कहते बच्चे शरीरी भव आत्मा को ज्ञान मिला, अब आत्मा कहती है हमको वापस जाना है बाबा के पास। फिर है प्रारब्ध, राजधानी स्थापन हो जाती है। कितनी समझने की बातें हैं।
ये प्रश्नावली बहुत अच्छी है, सबकी पॉकेट में पड़ी रहे। सर्विसफुल बच्चे ही इन बातों पर गौर करेंगे। बच्चों के, क्योंकि जे सर्विस करनी ਕਿਸੇ ਨੂੰ ਸਮਝਾਉਣਾ, ਫਿਰ ਇਦਾਂ ਦੀਆਂ ਛੋਟੀਆਂ ਛੋਟੀਆਂ ਬਾਬਾ ਦੀਆਂ ਗੱਲਾਂ ਕਿ ਕਿੱਦਾਂ ਕਿਸੇ ਨੂੰ ਸਮਝਾਵੇ ਕਿ ਕੌਣ ਆ ਉਹਨਾਂ ਸਾਡਾ ਸੰਬੰਧ, ਉਹ ਕੀ ਸਾਨੂੰ ਦਿੰਦਾ, ਉਹ ਕਦੋਂ ਆਉਂਦਾ ਨਾ। ਇੱਕ ਕੁਐਸਚਨ ਪੁੱਛਾਂਗੇ। बच्चों के लिए बाबा को कितनी मेहनत करनी पड़ती है। ਅਸੀਂ ਕਹਿੰਦੇ हाँ बाबा इन्नी मेहनत निष्काम सेवा कोई कर नहीं सकता। बाबा कहते हैं बच्चे अपना भविष्य ऊंच बनाओ, नहीं तो कल्प कल्प पद कम हो जाएगा। जैसे जे बाबा महाराजा महारानी बनते हैं ऐसे बच्चे भी बने, परंतु अपने में निश्चय होना चाहिए। देखो बाबा नू किन्ना बच्चियां नाल प्यार आ। बाबा कहंदे बच्चे अपना भविष्य ऊंच बनाओ। आपां भी लौकिक विच भी अपने बच्चियां नू कहने आ कि अपना फ्यूचर चंगा बनाओ, है ना। राजा में भी बहुत ताकत रहती है, वहां तो है सुख ही सुख, और जो राजा बनते हैं वह भी ईश्वर अर्थ दान पुण्य करने करने से। राजा के ऑर्डर में सारी प्रजा चलती है। इस समय तो भारतवासियों का कोई राजा नहीं, पंचायती राजे है, तो कितने कमजोर बने हैं। बाबा जानते हैं बहुत बच्चों को तूफान आता है, परंतु समाचार नहीं देते। बाबा को लिखना चाहिए कि ऐसे तूफान आते हैं। मन की छोटी छोटी गल भी है ना, जो रात को चिट्ठी लिखते हैं, एक पेज की एक पैराग्राफ भावें लिखो, पर बाबा नूं उह च लिख दो, बाबा मन इस बात दे विच थोड़ा खड़ इदां करदा आ, मन नूं इदां समझाउणा आ। बाबा नूं दस के देखो साडा मन की आ, बाबा नाल लगन लग जांदा। आप राय बताओ, फिर बाबा तो राय मंगो, बाबा आ बात इदां आ, तुसीं दसो किदां करा। बाबा परिस्थिति देख राय बताएंगे, लिखते नहीं हैं। ना कोई उनका साथी ही समाचार देते हैं कि बाबा हमारे साथी का ये हाल है। बाबा को तो समाचार देना चाहिए ना। अच्छा मीठे मीठे सिक्की लदे बच्चों प्रति माता पिता बाप दादा का याद प्यार और गुड मॉर्निंग। रूहानी बाप की रूहानी बच्चों को नमस्ते। हम रूहानी बच्चों की रूहानी माता पिता बाप दादा को याद प्यार, गुड मॉर्निंग और नमस्ते। नमस्ते बाबा, थैंक यू बाबा। हाँ जी राज, अगे कंटिन्यू करूंगी। ओम शांति। बाबा दी रात्रि क्लास आ। बाबा जदों शाम नूं बच्चियां नाल बैठते सी उदों फिर रूह रिहान करते सी। ਇਹ ਮੁਰਲੀ ਆ जनवरी 11 1969। बेहद का बाप आकर समझाते हैं, अपना बनाते हैं, राजाई पद के लिए शिक्षा देते हैं, पवित्र भी बनाते हैं। देखो जो बाप नूं याद करते हैं, बाप दा अर्थ की आ प्राप्तियां, पालना है ना। बेहद दा बाप जदों आउंदा सानू ज्ञान दिंदा, अपना बनाउंदा कि बच्चे तुसी मेरे आ। चाहे असीं काले मैले किदां दे भी हो गए, बाबा साडे ते क्लेम करदे बच्चे तुसी मेरे आ। फिर आपां नूं पढ़ाई की पढ़ाउंदे आ, विश्व दी बादशाही राजाई पद दी शिक्षा दिंदे। ते आत्मा ते जो जन्म जन्मांतरां दे बोझ पै गए आ, आत्मा मैली होई हुआ, मैली हुई आत्मा नूं पावन भी बनाउंदे ना। परमात्मा किन्ना उच्च करतव्य करदे आ कि किन्नियां प्राप्तियां हो रहीਆਂ बाबा तो सानू। कोई ਆਪਾਂ ਇਹ नहीं कि रटिया रटाया कहने मेरा बाबा नहीं, ਉਹ ਤੋਂ प्राप्तियां किन्नियां ਉੱਚੀਆਂ हो रहीਆਂ, जो ਉਹਦਾ ਆ ਉਹ मेरा आ। बाप बड़ा सहज रीति अपना और वर्षे का परिचय समझाते हैं। संसार ਦੀਆਂ ਪੜ੍ਹਾਈਆਂ ਕਿੰਨੀਆਂ ਔਖੀਆਂ ਆ, ਪ੍ਰਾਪਤੀ ਫੇ ਵੀ ਕੋਈ ਨਹੀਂ, ਪੜ੍ਹਾਈ ਪੜ੍ਹ ਕੇ ਵੀ ਕੋਈ ਸਹਿਜ ਨਹੀਂ। ਜੌਬਾਂ ਵੀ ਕਰਦੇ ਆ, ਦੇਖਦੇ ਨਾ ਕਿੰਨੀ ਹੈਕਟਿਕ ਆ। ਬਾਪ ਤੋਂ ਜੋ ਪ੍ਰਾਪਤੀਆਂ ਹੋ ਰਹੀਆਂ, ਪਹਿਲਾਂ ਤਾਂ ਪੜ੍ਹਾਈ ਕਿੰਨੀ ਸੌਖੀ ਬਾਬਾ ਪੜ੍ਹਾਉਂਦੇ ਆ, सहज रीति। आपे ही समझ नहीं सकेंगे, बेहद के बाप से जरूर बेहद का वर्षा मिलेगा, ये भी अच्छे बुद्धिवान ही समझेंगे। ਆਪਾਂ ਦੇਖਦੇ ਨਾ ਜਿੰਨਾ ਜਿੰਨਾ ਆਪਾਂ ਗਿਆਨ ਦੀ ਗਹਿਰਾਈ ਵਿੱਚ ਜਾਂਦੇ ਆ, ਗਿਆਨ ਹੋਰ ਅੱਛੀ ਰੀਤੀ ਸਮਝ ਆਉਂਦਾ। ਜਿੱਦਾਂ ਰੋਜ਼ ਬਾਬਾ ਦੀ ਮੁਰਲੀ ਪੜ੍ਹਦੇ ਆ, ਜੋ ਆਪਣੀ ਸਥਿਤੀ ਥੋੜੇ ਦਿਨ ਪਹਿਲਾਂ ਸੀ ਉਹ ਤੋਂ ਬਦਲਦੀ ਜਾਂਦੀ ਨਾ। ਬਾਬਾ ਕਹਿੰਦੇ ਆਪ ਨਹੀਂ ਸਮਝ ਸਕਦੇ, ਜਦੋਂ ਬਾਬਾ ਸਮਝਾਉਂਦੇ ਆ ਕਰਕੇ ਬਾਬਾ ਆਪਾਂ ਨੂੰ ਕੀ ਦਿੰਦੇ, ਦਿਵਿਆ ਬੁੱਧੀ। ਕੋਈ ਸੰਸਾਰ ਵਿੱਚ ਨਹੀਂ ਦੇ ਸਕਦਾ। ਚਾਹੇ ਆਪਣੀ ਬੁੱਧੀ ਵਿੱਚ ਪੁਰਾਣੇ ਜਨਮਾਂ ਦਾ ਕਿੰਨਾ ਕਿਚੜਾ ਭਰਿਆ ਆ, ਪਰ ਜਦੋਂ ਬਾਬਾ ਨੂੰ ਯਾਦ ਕਰਦੇ ਆ, ਬਾਪ ਸਮਝਾਉਂਦੇ ਆ, ਬਾਬਾ ਸਾਡੇ ਅੰਦਰ ਉਹ ਤਾਕਤ ਭਰ ਦਿੰਦੇ, ਸਾਡੀ ਬੁੱਧੀ ਨੂੰ ਕਲੀਨ ਕਰ ਦਿੰਦੇ ਕਿ ਸਾਨੂੰ ਸਮਝ ਆਉਣ ਲੱਗ ਜਾਂਦੀ। ਬਾਪ ਕਿਆ ਵਰਸਾ ਦੇਤੇ ਹੈ, घर का
पढ़ाई का और स्वर्ग की बादशाही का वर्षा दे देते हैं। बाप पालना करदा ना, घर दिंदा, फिर टीचर बन के पढ़ाई पढ़ाउंदा, फिर ऐसी समझ दिंदा, ऐसे कर्म करने सिखाउंदा कि सानू सतयुग दी बादशाही मिलदी। जो पवित्र दैवी संप्रदाय बनते हैं वही राजधानी में आते हैं। जो जितना पढ़ेंगे पढ़ाएंगे वही ऊंच पद पाएंगे। इतने बच्चे हैं, बाप से वर्षा लेते हैं। बुद्धि ਨੂੰ ਆਦਤ ਪਈ हुआ ਕਿ ਬਾਪ ਨੂੰ ਉਦਾਂ ਹੀ ਯਾਦ ਕਰੀ ਜਾਣਾ, ਪਰ ਉਹਦੀਆਂ ਗੱਲਾਂ ਨੂੰ ਨਹੀਂ ਮੰਨਣਾ। ਹਨਾ, ਆਪਾਂ ਕਹਿੰਦੇ ਉਹਨੂੰ ਸਵੇਰੇ ਵੀ ਯਾਦ ਕੀਤਾ, ਸਵੇਰੇ ਅਰਲੀ ਉੱਠ ਕੇ ਯਾਦ ਕੀਤਾ, ਦਿਨੇ ਵੀ ਯਾਦ ਕੀਤਾ, ਪਰ ਉਹਦੀਆਂ ਸਿੱਖਿਆਵਾਂ ਤੇ ਕਿੰਨਾ ਚੱਲੇ, ਆਪਣੇ 'ਚ ਕਿੰਨਾ ਪਰਿਵਰਤਨ ਕੀਤਾ। ਹਨਾ, ਬਾਪ ਨੂੰ ਯਾਦ ਕੀਤਾ, ਉਹਦਾ ਫਲ ਮਿਲਿਆ ਕਿ ਉਹ ਸਾਨੂੰ ਪੜ੍ਹਾਈ ਪੜ੍ਹਾਉਂਦਾ ਆ। फिर बाबा कहते जितना पढ़ेंगे पढ़ाएंगे वही ऊंच पद पाएंगे। इतने बच्चे हैं, बाप से वर्षा लेते हैं। बाप स्वर्ग का मालिक नर से नारायण बनाते हैं। ये राजाई के मालिक हैं, तो बेहद का बाप जो स्वर्ग का रचयिता है, हम उनके बच्चे स्वर्ग की बादशाही लेंगे। यथा राजा रानी तथा प्रजा, जितना पुरुषार्थ करेंगे उतना ही ऊंच पद पाएंगे। ये राजाई के लिए पुरुषार्थ है। सतयुग की राजाई सभी को नहीं मिलनी है। जितना जो पुरुषार्थ करेंगे उतना ही ऊंच पद पाएंगे। बाबा ने बहुत क्लियर किया आ, बाबा अथॉरिटी आ, वो सब कुछ दे सकदा। आपां भगती च की कहंदे आए कि वो सब कुछ दिंदा, सारा ओहदा दिता आ, ਉਹ ਸਾਰਾ ਕੁਝ ਦੇ ਰਿਹਾ। ਜੋ ਆਪਾਂ ਕਹਿੰਦੇ ਨਾ ਦਿੰਦਾ ਦੇ ਲੈਂਦੇ ਥੱਕ ਪਾਹੇ, ਉਹ ਦਿੰਦਾ ਨਹੀਂ ਥੱਕਦਾ। ਆਪਣੀ ਮਨ ਬੁੱਧੀ ਆਪਾਂ ਇੱਧਰ ਉੱਧਰ ਦੜਾ ਲੈਂਦੇ ਆ। ਜੋ ਉਹ ਦੇ ਰਿਹਾ ਆ ਉੱਤੇ ਫੋਕਸ ਕਰਕੇ ਉਹ ਤੋਂ ਉਹ ਚੀਜ਼ਾਂ ਉਹ ਲੈਣਾ ਜੋ ਉਹ ਦੇ ਰਿਹਾ ਆ। ਆਪਣੀ ਬੁੱਧੀ ਜੇ ਸੰਸਾਰ ਵਿੱਚ ਫਸੀ ਹੋਈ ਆ, ਸਾਨੂੰ ਆਹ ਚਾਹੀਦਾ, ਛੋਟੀਆਂ ਮੋਟੀਆਂ ਚੀਜ਼ਾਂ ਤੇ ਆਪਣਾ ਫੋਕਸ ਆ, ਫਿਰ ਜੋ ਬਾਪ ਦੇ ਰਿਹਾ ਉਹ ਨਹੀਂ ਲੈ ਸਕਦੇ ਨਾ। ਸੰਸਾਰ ਚੋਂ ਬੁੱਧੀ ਨੂੰ ਕੱਢ ਕੇ ਜੋ ਬਾਪ ਦੇ ਰਿਹਾ ਉਹ ਲੈ ਲੈਣਾ ਕਰਕੇ, ਜਦੋਂ ਉਹ ਦਿੰਦਾ ਆ ਉਹ ਸਾਡਾ ਕਾਲ ਸਾਡੇ ਨਾਲ ਰਹਿੰਦਾ। ਜਦੋਂ ਆਪ ਮੰਗ ਕੇ ਲੈਨੇ ਆ ਉਹ ਟੈਂਪਰੇਰੀ ਆ। ਸਾਡੀ ਬੁੱਧੀ ਵਿੱਚ ਤਾਂ ਇੰਨੀ ਵੀ ਤਾਕਤ ਨਹੀਂ ਕਿ ਪਰਮਾਤਮਾ ਤੋਂ ਮੰਗਣਾ ਕੀ ਆ, ਉਹ ਵੀ ਨਹੀਂ ਸਾਨੂੰ ਪਤਾ ਸੀ। ਬਾਬਾ ਆਣ ਕੇ ਦੱਸਦੇ ਸਾਨੂੰ ਕਿ ਬੱਚੇ ਮੈਂ ਤੁਹਾਡਾ ਬਾਪ ਆ, ਮੇਰੇ ਵਾਰਸੇ ਦੇ ਅਧਿਕਾਰੀ ਆ। पुरुषार्थ कर प्रारब्ध का मदार रहता है। ये तो बच्चे जानते हैं, जितना पुरुषार्थ करेंगे पुरुषार्थ से ही बादशाही मिलती है। अपने को आत्मा समझ बाप को याद करेंगे तो तमो प्रधान से सतो प्रधान प्योर सोना बन जाएंगे। राजाई भी मिलेगी। जैसे यहाँ कहते हैं भारत के हम मालिक हैं, मालिक तो सभी बनेंगे, फिर पद क्या पाएंगे। पढ़ाई के बाद स्वर्ग में हमारा पद क्या होगा। ਭਗਤੀ ਚ ਕਹਿੰਦੇ ਆ ਪਰਮਾਤਮਾ ਨੂੰ ਯਾਦ ਕੀਤਾ, ਇਹਦਾ ਫਲ ਉਹ ਦੇਵੇ। ਇੱਥੇ ਬਾਬਾ ਆਪਾਂ ਨੂੰ ਸਮਝ ਦਿੰਦੇ ਆ ਭਗਤੀ ਵਿੱਚ ਕਿੰਨਾ ਹਾਰਡ ਵਰਕ ਕਰਦੇ ਆ, ਕਿੰਨੇ ਜੋ ਯਾਤਰਾ ਵੀ ਕਰਦੇ ਆ, ਸਵੇਰੇ ਉੱਠ ਕੇ ਜੇ ਪਰਮਾਤਮਾ ਨੂੰ ਯਾਦ ਵੀ ਕਰਦੇ ਆ, ਇਸ਼ਨਾਨ ਕਰਦੇ, ਕਿੰਨਾ ਕੁਛ। ਫਿਰ ਜੋ ਆਪਣਾ ਉਹਨਾਂ ਚਿਰ ਉਹ ਸਾਰਾ ਪੜ੍ਹਨਾ ਜੋ ਫਿਕਸ ਕੀਤਾ ਆ ਕਿ ਇਸ ਸਥਿਤੀ ਵਿੱਚ ਬੈਠਣਾ ਹੈ ਨਾ। ਪਰ ਬਾਬਾ ਕਹਿੰਦੇ ਤੁਹਾਨੂੰ ਬਾਹਰ ਤੋਂ ਇੰਨੀ ਹਾਰਡ ਵਰਕ ਕਰਨੇ ਦੀ ਜ਼ਰੂਰਤ ਨਹੀਂ। ਹਾਰਡ ਵਰਕ ਕਿੱਥੇ ਕਰਨਾ, ਆਪਣੀ ਸੋਚ ਤੇ, ਆਪਣੇ ਮਨ ਬੁੱਧੀ ਨੂੰ ਕਿੱਥੇ ਲਾਉਣਾ ਆ। ਜਿੰਨਾ ਆਪਣੇ ਆਪ ਤੇ ਆਪਾਂ ਕੰਮ ਕਰਦੇ ਆ, ਬੁੱਧੀ ਨੂੰ ਕਲੀਨ ਕਰਦੇ ਆ, ਬਾਬਾ ਦੀ ਪੜ੍ਹਾਈ ਨੂੰ ਆਪਣੇ ਅੰਦਰ ਪ੍ਰੈਕਟੀਕਲ ਚ ਧਾਰਨ ਕਰਦੇ ਆ। ਬਾਬਾ ਕਹਿੰਦੇ ਸਾਰਾ ਮਦਾਰ ਉਹਦੇ ਤੇ ਆ। ਬਾਬਾ ਸਭ ਕੁਝ ਦੇ ਰਿਹਾ ਆ, ਫਿਰ ਅਸੀਂ ਆਪਣੇ ਅੰਦਰ ਕਿੰਨਾ ਭਰਿਆ। बाप योग भी सिखलाते हैं, पढ़ाते भी हैं, तुम समझते हो हम राजयोग सीखते हैं। बाप की याद से पावन भी बनते हैं। फिर हमारा पुनर्जन्म रावण राज्य में नहीं राम राज्य में होगा। अपना आह लास्ट बर्थ आ इस साइकिल दा, फिर अपना अगला जन्म किथे होना, सतयुग दे विच है ना। शरीर छड्डना, घर जाना, घर तो रिफ्रैश होके आना, आपां सतयुग विच जाना। अभी हम पढ़ रहे हैं मन मना भव मध्याजी भव। अपनी पढ़ाई का एम ऑब्जेक्ट किया मन मना भव, मन विच एक परमात्मा नूं याद करना, मन बाबा ते टिकिया रहे। मध्याजी भव, साडे मन की स्थिति इदां बाहर दी कोई भी चीज व्यक्ति सानूं आकर्षित ना करे। मध्याजी कौन हुंदा, जो सेंटर्ड आ है ना, गब्बे खड़ा आ, हिलजुल नहीं कर रहा। अपनी मन की स्थिति नूं इदां दा बनाउणा। अभी कलयुग का अंत है, फिर सतयुग स्वर्ग जरूर आएगा। बाप संगम युग पर ही आकर बेहद का स्कूल खोलते हैं, जहां बेहद की पढ़ाई है, बेहद की बादशाही पाने लिए।
तुम जानते हो हम अभी नई दुनिया के मालिक बनेंगे। नई दुनिया को स्वर्ग कहा जाता है। खुमारी चढ़ती है ना, अपनी पढ़ाई किया, मानस तो देवता बनने दी। पर कहते नाम खुमारी नानका चढ़ी रहे दिन रात। खुमारी कादी चढ़ी हुई आ, सानू प्राप्तियां की हो रही, ऐसी खुमारी जो दिन रात चढ़ी रहिंदी। जो संसार दा नशा आ ਉਹ ਟੈਂਪਰੇਰੀ ਆ, ਉਹ ਨਸ਼ਾ ਆਤਮਾ ਨੂੰ ਨੀਚੇ ਦੀ ओर ਲੈ ਕੇ ਜਾਂਦਾ। ਜੋ ਪਰਮਾਤਮਾ ਤੋਂ ਗਿਆਨ ਯੋਗ ਦਾ ਪ੍ਰਾਪਤੀਆਂ ਦਾ ਨਸ਼ਾ ਆਤਮਾ ਨੂੰ ਹੁੰਦਾ, ਉਹ ਆਤਮਾ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਂਦਾ। बरोबर पुरानी दुनिया के बाद है नई दुनिया, बच्चों को याद आता है। सभी बच्चों के दिल में है स्वर्ग का मालिक बनाने के लिए हमको परमपिता परमात्मा पढ़ाते हैं। अंडरलाइन करना, परमात्मा पढ़ाई पढ़ा रहे आ, उदा ही कोई आशीर्वाद नहीं कर रहे है ना, उदा ही कोई मंत्र उचारने ਨੂੰ नहीं ਦਿੰਦੇ, नहीं पढ़ाई आ, पढ़ाई की आ। बाबा कहते होंगे ना, क्लास ਵਿੱਚ स्टूडेंट सारे नंबर वार आ, जो जिन्ना पढ़ूगा उन्ना उच्च पद पाऊगा। बच्चों को ये याद रहे हमको भगवान पढ़ाते हैं। ऊंचते ऊंच सतयुग के राजा रानी बनते हैं। राजयोग द्वारा राजाई मिलती है, उसमें पवित्रता सुख शांति सब है। पढ़ाई आ साडे पेपर की आ, जदों कोई सानू परिस्थितियां आउंदियां, कोई सिचुएशन आउंदी आ, ਉਹ ਸਾਡੇ ਟੈਸਟ ਪੇਪਰ ਆ ਕਿ ਅਸੀਂ ਆਪਣੇ ਚ ਕਿੰਨੀ ਕੁ ਤਾਕਤ ਭਰੀ ਹੋਈ ਆ, ਕਿਸ ਸਥਿਤੀ ਵਿੱਚ ਅਸੀਂ ਉਸ ਨੂੰ ਪਾਰ ਕਰਦੇ ਆ। ਬਾਬਾ ਕਹਿੰਦੇ ਰਾਜਯੋਗ ਨਾਲ ਆਪਾਂ ਨੂੰ ਕੀ ਮਿਲਦਾ, ਪਹਿਲਾਂ ਤਾਂ ਆਪਣੀਆਂ ਕਰਮ ਇੰਦਰੀਆਂ ਦੇ ਰਾਜਾ ਬਣਦੇ, ਫਿਰ ਪਵਿੱਤਰਤਾ ਸੁਖ ਸ਼ਾਂਤੀ ਜੋ ਆਤਮਾ ਦੇ ओरिजिनल संस्कार आ वो मिल जाते। इस बाबा में अभी शिव बाबा पधारे हैं, वह ऊंचते ऊंच आत्मा अनुभव लेती जाती है। वहां जाएंगे तो वहां की बैठक ऊंची होगी, स्टूडेंट सभी की बैठक अपनी अपनी होगी। एक की जगह दूसरा नहीं बैठ सकता, एक का पाठ दो से मिल नहीं सकता। देखो परमात्मा दा पाठ अलग गया, ब्रह्मा बाप दा पाठ अलग गया, हर आत्मा दा पाठ अलग अलग गया, एक दा पाठ दूसरे नाल नहीं मिल सकता। बाबा कहंदे एक दूसरे दी जगह लै नहीं सकता। फिर आपां इहदी प्रैक्टिस करनी आ। परिवार विच बच्चे या मां बाप जिन्ने भी मैंबर आ, हर आत्मा यूनीक आ, हर आत्मा ਦੀ ਆਪਣੀ ਸਪੈਸ਼ਲਿਟੀ ਆ। ਕਦੀ ਆਪਾਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਇਹ ਇਦਾਂ ਦਾ ਉਹ ਉਦਾਂ ਦਾ ਕਿਉਂ ਨਹੀਂ। ਦੋ ਬੱਚਿਆਂ ਦੇ ਵਿੱਚ, ਸਕੇ ਭੈਣ ਭਰਾਵਾਂ ਵਿੱਚ ਕਿਸੇ ਵਿੱਚ ਆਪਾਂ ਕੰਪੈਰੀਜ਼ਨ नहीं कर सकते। हर एक आत्मा यूनिक आ। बाप ने समझाया है आत्मा में रिकॉर्ड भरा हुआ है, ड्रामा के प्लान अनुसार हमारा पुरुषार्थ चल रहा है। कोई राजा कोई रानी बनेंगे, अंत में पुरुषार्थ की रिजल्ट निकलेगी जो फिर माला बनेगी। ऊंच नंबर वाले को जरूर मालूम पड़ेगा, मरने के बाद समझा जाता है आत्मा जाकर कर्मों अनुसार दूसरा शरीर लेगी। अच्छे कर्म वालों को अच्छा जन्म मिलेगा योग बल से, है ना। आपां विश्व की बादशाही लेंदे हां योग बल दे नाल। पुरुषार्थ नहीं करते हैं तो कम पद पाएंगे। ऐसे ऐसे विचार करने से खुशी होगी। जो जैसा महारथी होगा उनकी ऐसी महिमा होगी। सभी की मुरली भी एक जैसी नहीं चलती, हर एक की मुरली भी अलग अलग। ये बना बनाया खेल है ना। मुरली तो बाबा ने सुनाई आ, पर हर आत्मा ने किद्दां उहनूं समझ के दूसरे नूं समझाउंदे। बाबा कहंदे वो भी अलग अलग गया। अभी बच्चों का कर्मों पर ध्यान है ना। आपां नूं समझ मिली आ कर्मां दे आधार ते साडा जीवन आ, ते अपना ध्यान जांदा कर्मां ते। जो कर्म असीं करांगे सानूं ओहदा ओही रिटर्न मिलना। बाप या माँ जैसे करेंगे बच्चे सीखेंगे। अभी तुम श्रेष्ठ कर्म करते हो, सर्विस से मालूम पड़ता है। महारथियों की मेहनत छिपी नहीं रहती है, समझ सकते हैं कौन उच्च पद पाने की मेहनत कर रहे हैं। सभी बच्चों को चांस भी है। ऊंच पद पाने के लिए मन मना भव का लेसन अर्थ सहित मिला हुआ है। बच्चे समझते हैं ये गीता का ज्ञान नॉलेजफुल बाप खुद आकर देते हैं, तो जरूर एक्यूरेट नॉलेज ही देंगे। फिर मदार है धारणा पर, जो सुनते हो वह प्रैक्टिकल में आता रहे। डिफिकल्ट नहीं है पढ़ाई है ना। बाबा कहते जो सुनते हैं वो धारणा करके प्रैक्टिकल असीं उहदा सबरूप बनते जाइए, साडे संस्कार बदलते जाण। बाप को याद करना और चक्कर को जानना है, ये है अंतिम जन्म की पढ़ाई, जो पास करके नई दुनिया सतयुग में चले जाएंगे। देखो है कितना सहज। फिर विच डिफिकल्टी कादी आउंदी आ, पुराने संस्कारां दी ना। बाबा कहंदे बाप नूं याद करना, चक्कर नूं याद करना,
ਜੋ ਬਾਬਾ ਕਹਿੰਦੇ ਉਹਨੂੰ ਪ੍ਰੈਕਟੀਕਲ ਵਿੱਚ ਅਪਲਾਈ ਕਰਨਾ। ਇਦਾਂ ਕਰਦੇ ਕਰਦੇ ਆਪਾਂ ਸਤਯੁਗੀ ਦੁਨੀਆ ਵਿੱਚ ਟ੍ਰਾਂਸਫਰ ਹੋ ਜਾਂਦੇ। गायन है निश्चय में विजय, तो प्रीत बुद्धि बच्चों ने समझा है, हमको भगवान पढ़ाते हैं। पहला निश्चय, सानू मिलिया कौन आ, कौन ये गल्लां कह रहा, ते गल्लां दे नाल सानू प्राप्ति की हो रही आ। जिथे निश्चय आ उत्थे विजय आ। बच्चे जानते हैं हमारी आत्मा धारणा करती है, आत्मा इस शरीर द्वारा पढ़ती है, नौकरी करती है, ये समझने की बातें हैं। बाप को याद करते हैं, फिर माया रावण बुद्धि का योग तोड़ देती है। माया से सावधान रहना है, जितना आगे जाएंगे उतना तुम्हारा प्रभाव भी निकलेगा और खुशी का पारा भी चढ़ेगा। नया जन्म लेंगे तो बहुत शोक करेंगे। अच्छा मीठे मीठे सिक्की लदे बच्चों प्रति माता पिता बाप दादा का याद प्यार और गुड नाइट। ਆਪਾਂ ਵੀ ਕਵਾਂਗੇ ਬਾਬਾ ਯਾਦ ਪਿਆਰ ਤੇ ਗੁੱਡ ਨਾਈਟ। ਜਿੰਨਾ ਬਾਬਾ ਦੇ ਗਿਆਨ ਨੂੰ ਮਨ ਬੁੱਧੀ ਨਾਲ ਯਾਦ ਕਰਦੇ ਆ। ਬਾਬਾ ਨੇ ਅੱਜ ਮੁਰਲੀ ਵਿੱਚ ਕੀ ਕਿਹਾ, ਕੀ ਪ੍ਰਾਪਤੀਆਂ ਹੋਈਆਂ ਸਾਨੂੰ, ਚੱਕਰ ਫਰਾਉਂਦੇ ਆ ਕਿ ਅੱਜ ਬਾਬਾ ਨੇ ਸਤਯੁਗ ਦੀ ਕੀ ਗੱਲ ਕਹੀ ਆ, ਕਿ ਇਸ ਗੱਲ ਦਾ ਨਸ਼ਾ ਚੜਾਇਆ। ਅੱਜ ਬਾਬਾ ਦੀ ਸਾਰੀ ਮੁਰਲੀ ਕੀ ਆ, ਪੜ੍ਹਾਈ ਤੇ ਅਟੈਂਸ਼ਨ ਆ। ਜਿੰਨਾ ਪੁਰਸ਼ਾਰਥ ਕਰਾਂਗੇ, ਬਾਬਾ ਕਹਿੰਦੇ ਗਿਆਨ ਯੋਗ ਦੇ ਨਾਲ ਕੀ ਆ, ਆਪਣੇ ਅੰਦਰ ਦੀ ਅਸੁਰੀ ਵ੍ਰਿਤੀਆਂ ਨੂੰ ਖਤਮ ਕਰਨਾ, ਪੰਜ ਭੂਤਾਂ ਨੂੰ ਸਮਾਪਤ ਕਰਨਾ। ਗਿਆਨ ਸਮਝ ਲੱਗ ਗਈ, ਯੋਗ ਨਾਲ ਆਤਮਾ 'ਚ ਤਾਕਤ ਆ ਗਈ, ਉਹ ਤਾਕਤ ਨੂੰ ਯੂਜ਼ ਕਰਕੇ अंदर ਦੀਆਂ ਕਮੀਆਂ ਕਮਜ਼ੋਰੀਆਂ ਨੂੰ ਖਤਮ ਕਰਨਾ। धारणा के लिए मुख्य सार अंदर बाहर साफ रहना है, सच्ची दिल से बाप को अपना समाचार देना है, कुछ भी छिपाना नहीं है। ये तो हुण सारिਆਂ ਨੂੰ क्लीयर है ना, समाचार काहदा देना, अपने मन दा। मन किधर किधर गया, अज की कीता, अब वापस जाना है, इसलिए अशरीरी बनने का अभ्यास करना है, चुप रहना है। चुप कित्थों रहना, मुख दा मौन नहीं, मन तो चुप रहना। मन तो चुप रहना, व्यर्थ संकल्प नहीं करने, इधर उधर दियां बातां नहीं, है ना। हर एक दे लई शुभ कामना शुभ भावना होवे। बार बार यह प्रैक्टिस करनी है। मन नूं आदत पई हो इधर उधर जाण दी, मन नूं फड़ फड़ के वापस लियाउणा नहीं। मन वापस आ जा, इत्थे हुण तूं आ करना। वरदान, मेरे को तेरे में परिवर्तन कर, उड़ती कला का अनुभव करने वाले डबल लाइट भव। मेरे को तेरा, ਆਪਾਂ ਭਗਤੀ 'ਚ ਕਹਿੰਦੇ ਆ ਨਾ, ਪਰਮਾਤਮਾ ਤੁਸੀਂ ਆਓਗੇ ਤੁਹਾਡੇ ਤੇ ਬਲਿਹਾਰ ਜਾਵਾਂਗੇ, ਹਨਾ। ਬਲਿਹਾਰ ਕੀ ਕਰਨਾ ਆ, ਆਪਾਂ ਕਹਿੰਦੇ ਤਾਂ ਇਹ ਸਭ ਕੁਝ ਤੇਰਾ, ਪਰ ਪ੍ਰੈਕਟੀਕਲ 'ਚ ਤਾਂ ਨਹੀਂ ਸੀ ਉਹਨੂੰ ਮੰਨਦੇ। ਬਾਬਾ ਕਹਿੰਦੇ ਯੂਜ਼ ਹੁਣ ਕਰੋ ਸਾਰਾ ਕੁਝ, ਪਰ ਬੁੱਧੀ ਕੀ ਰਵੇ, ਬਾਬਾ ਦਾ ਆ। ये विनाशी तन और धन पुराना मन मेरा नहीं, बाप को दे दिया। पहला संकल्प ही ये किया कि सब कुछ तेरा। ਜਦੋਂ ਕਿਤੇ ਚੱਲਦੇ ਫਿਰਦੀ ਜਾਂ ਕੋਈ ਵਿਅਰਥ ਸੰਕਲਪ ਵੀ ਆਵੇ ਨਾ, ਮਨ ਨੂੰ ਚੈੱਕ ਕਰੋ। ਮਨ ਵਿੱਚ ਕੁਛ ਏਦਾਂ ਦੀ ਚੀਜ਼ ਆਉਂਦੀ ਆ, ਉਸੇ ਵੇਲੇ ਦੇਖੋ, ਮਨ ਨੂੰ ਕਹੋ, ਮਨ ਤੂੰ ਬਾਬਾ ਦਾ ਆ। ਦੇਖੋ ਕਿੰਨੀ ਕਿੰਨੀ ਵੱਡੀ ਸਾਨੂੰ ਪ੍ਰਾਪਤੀ ਹੋਈ ਆ। ਜੇ ਕੋਈ ਕਵੇ ਸਾਡਾ ਟੈਨੈਂਟ ਰੈਂਟਲ ਜਿਹੜਾ ਆ, ਕੋਈ ਬਹੁਤ ਉੱਚਾ ਵਿਅਕਤੀ ਆ, ਜਿਹੜੀ ਕੋਈ ਉੱਚ ਪੋਜੀਸ਼ਨ ਤੇ ਆ, ਹਨਾ। ਏਦਾਂ ਅਸੀਂ ਆਪਣਾ ਮਨ ਰੈਂਟ ਕੀਤਾ ਆ ਬਾਬਾ ਨੂੰ, ਬਾਬਾ ਸਾਡੇ ਮਨ ਨੂੰ ਯੂਜ਼ ਕਰਦਾ। ਫਿਰ ਆਪਾਂ ਮਨ ਨੂੰ ਆਪਣੇ ਲਈ ਨਹੀਂ ਯੂਜ਼ ਕਰ ਸਕਦੇ, ਵਿਅਰਥ ਸੰਕਲਪਾਂ ਲਈ ਨਹੀਂ ਯੂਜ਼ ਕਰ ਸਕਦੇ। ਜਦੋਂ ਏਦਾਂ ਗੱਲਾਂ ਕਰਦੇ ਆ, ਨਸ਼ਾ ਚੜ੍ਹਦਾ ਕਿ ਸਾਡਾ ਮਨ ਅਸੀਂ ਕਿਹਨੂੰ ਦਿੱਤਾ ਆ। ਬਾਬਾ ਕਹਿੰਦੇ ਇਸਮੇ ਬਾਪ ਕਾ ਫਾਇਦਾ ਨਹੀਂ, ਆਪ ਕਾ ਫਾਇਦਾ ਹੈ। ਜੇ ਆਪਾਂ ਸਥੂਲ ਚੀਜ਼ਾਂ ਕਿਸੇ ਨੂੰ ਕਹਿੰਦੇ ਮੇਰਾ ਘਰ ਤੇਰਾ, ਮੇਰੀਆਂ ਚੀਜ਼ਾਂ ਵੀ ਤੇਰੀਆਂ, ਦੂਜੇ ਨੂੰ ਫਾਇਦਾ ਹੋਊਗਾ ਨਾ, ਉਹ ਯੂਜ਼ ਕਰੂਗਾ। ਬਾਪ ਤਾਂ ਨਿਰਾਕਾਰ ਆ। ਜੇ ਅਸੀਂ ਬਾਬਾ ਨੂੰ ਕਹਿੰਦੇ ਬਾਬਾ ਤਨ ਮਨ ਧਨ ਸਭ ਤੇਰਾ, ਉਹ ਤਾਂ ਦਾਤਾ ਆ। ਬਾਬਾ ਕਹਿੰਦੇ ਬਾਪ ਨੂੰ ਤਾਂ ਕੋਈ ਫਾਇਦਾ ਨਹੀਂ, ਫਾਇਦਾ ਤਾਂ ਸਾਨੂੰ ਆ। बाबा कहते क्योंकि मेरा कहने से फंसते हो और तेरा कहने से न्यारे हो जाते हो, मेरा कहने से बोझ वाले बन जाते और तेरा कहने से डबल लाइट ट्रस्टी बन जाते। एक मुरली च बाबा ने क्या सीगा भी जे तां मेरा मेरा कहने आ, फिर किया मेरा मेरा कहण वाले बोझ उठाउण वाले कौन हुंदे आ, ना। गधे नूं कहंदे बोझ उठाउंदा। बाबा कहंदे जे कहने तेरा तेरा, फिर की है डबल लाइट। सारे मन दे बोझ दी गल आ ना। ਬਾਹਰ ਤੋਂ ਤਾਂ ਆਪਾਂ ਫਿਰ ਵੀ ਉਹੀ ਕਰਦੇ ਆ ਜੋ ਆਪਾਂ ਜਿੰਨਾ ਕੁ ਆਪਣੇ 'ਚ ਪਹੁੰਚ ਹੁੰਦੀ ਆ, ਜਿੰਨੀ ਕੁ ਆਪਣੀ ਕੈਪੈਸਿਟੀ ਆ। ਬੋਝ ਸਾਰਾ ਮਨ ਤੋਂ ਚੱਕਦੇ ਆ। ਮਨ ਲਾਈਟ ਕਿੱਦਾਂ ਹੋਊਗਾ, ਜਦੋਂ ਮਨ ਤੋਂ ਕਵਾਂਗੇ ਨਹੀਂ ਇਹ ਬਾਬਾ ਦਾ ਆ, ਅਸੀਂ ਸਿਰਫ ਡਿਊਟੀ ਕਰ ਰਹੇ ਆ। ਕੱਲ ਬਾਬਾ ਨੇ ਕਿਹਾ ਸੀ ਨਾ, ਬਾਪ ਕੀ ਆ, ਕ੍ਰੀਏਟਰ ਆ, ਡਾਇਰੈਕਟਰ ਆ। ਜੇ ਘਰ ਵਿੱਚ ਮਾਂ-ਬਾਪ ਹੋਣ ਫਿਰ ਬੱਚਿਆਂ ਨੂੰ ਥੋੜ੍ਹਾ ਚਿੰਤਾ ਹੁੰਦੀ ਆ। ਵੱਡੇ ਭੈਣ ਭਰਾ ਛੋਟੇ ਬੱਚਿਆਂ ਦੀ ਥੋੜ੍ਹਾ ਚਿੰਤਾ ਕਰਦੇ, ਛੋਟੇ ਭੈਣ ਭਰਾ ਦੀ।
ਉਹਨਾਂ ਨੂੰ ਪਤਾ ਹੁੰਦਾ ਕਿ ਹਾਂ ਅਸੀਂ ਸਿਰਫ ਆਪਣੀ ਡਿਊਟੀ ਕਰਨੀ ਆ, ਮਾਂ-ਬਾਪ ਬੈਠੇ ਇਹਨਾਂ ਦੀ ਟੇਕ ਕੇਅਰ ਕਰਨੇ ਨੂੰ। ਹੁਣ ਆਪਾਂ ਨੂੰ ਪਤਾ ਹਰ ਆਤਮਾ ਅਸੀਂ ਆਪਸ ਵਿੱਚ ਭਾਈ ਆ, ਚਾਹੇ ਪਰਿਵਾਰ ਵਿੱਚ ਕੋਈ ਵੀ ਮੈਂਬਰ ਆ, ਕੋਈ ਵੀ ਆਪਣੀ ਡਿਊਟੀ ਆ, ਕੁਛ ਵੀ ਆ, ਆਪਾਂ ਸਿਰਫ ਆਪਣਾ ਪਾਰਟ ਪਲੇ ਕਰਦੇ ਆ, ਜ਼ਿੰਮੇਵਾਰੀ ਉਹਦੀ ਆ। ਮਨ ਨੂੰ ਇਦਾਂ ਕਹਿ ਕੇ ਲਾਈਟ ਕਰਦੇ ਜਾਣਾ, ਸਭ ਬਾਬਾ ਦਾ ਆ। जब तक कोई हल्का नहीं बनते तब तक ऊंची स्थिति तक पहुंच नहीं सकते। ਉੱਚੀ ਸਥਿਤੀ ਕੀ ਆ? ਮਨ ਵਿੱਚ ਸ੍ਰੇਸ਼ਟ ਸੰਕਲਪਾਂ ਦਾ ਚੱਲਣਾ। ਜੇ ਮਨ ਵਿੱਚ ਕਮਜ਼ੋਰੀ ਦੇ ਸੰਕਲਪ ਚੱਲ ਰਹੇ ਆ, ਵਿਅਰਥ ਚੱਲ ਰਿਹਾ, ਕਿਸੇ ਬਾਰੇ ਚੱਲ ਰਹੇ ਆ, ਇਹਦਾ ਮਤਲਬ ਆ ਮਨ ਕਮਜ਼ੋਰ ਆ। ਸ਼ਕਤੀਸ਼ਾਲੀ ਮਨ ਕਦੋਂ ਆ? ਜਦੋਂ ਹਲਕਾ ਆ, ਮੇਰਾਪਨ ਨਹੀਂ ਪਕੜਿਆ ਆ, ਕਿਸੇ ਬਾਤ ਨੂੰ ਨਹੀਂ ਪਕੜਿਆ ਆ। ਜੇ ਕੋਈ ਆਉਂਦੀ ਵੀ ਆ ਬਾਪ ਨੂੰ ਦੇ ਕੇ ਬਾਬਾ ਤੇਰਾ, ਫਿਰ ਮਨ ਵਿੱਚ ਸ੍ਰੇਸ਼ਟ ਸੰਕਲਪ ਚੱਲਣਗੇ। ਜੇ ਆਪਾਂ ਕਹਿੰਦੇ ਮਨ ਨਹੀਂ ਮੰਨਦਾ, ਮਨ ਆ ਨਹੀਂ ਕਰਦਾ, ਚੈੱਕ ਕਰਿਓ ਮੈਂ ਪਨ ਪਕੜਿਆ ਆ। ਕੋਈ ਬਹੁਤ ਜ਼ਿਆਦਾ ਚੀਜ਼ ਨਾਲ, ਵਿਅਕਤੀ ਨਾਲ ਅਟੈਚਮੈਂਟ ਕੀਤੀ ਹੋਈ ਆ, ਤਾਂ ਮਨ ਬਾਬਾ ਨੂੰ ਯਾਦ ਨਹੀਂ ਕਰਦਾ। ਬਾਬਾ ਕਹਿੰਦੇ ਹਲਕਾ ਰਹਿਣੇ ਵਾਲੇ ਹੀ ਉੜਤੀ ਕਲਾ ਦੁਆਰਾ ਆਨੰਦ की अनुभूति करते हैं। हल्का रहने में ही मजा है। ਜੋ ਹਲਕੇ ਰਹਿੰਦੇ ਜਾਂ ਫਿਰ ਕੋਈ ਬਾਤ ਪਰਿਸਥਿਤੀ ਵੀ ਆਊਗੀ, ਆਪਾਂ ਜ਼ਿਆਦਾ ਮਨ ਤੇ ਨਹੀਂ ਲਵਾਂਗੇ, ਉਹਦੇ ਨਾਲ ਆਪਾਂ ਆਪਣੇ ਮਨ ਦਾ ਕੋਈ ਡੈਮੇਜ ਨਹੀਂ ਹੋਊਗਾ। ਬਾਬਾ ਕਹਿੰਦੇ ਸਲੋਗਨ ਹੈ ਅੱਜ ਦਾ, ਸ਼ਕਤੀਸ਼ਾਲੀ ਆਤਮਾ ਵह है जिस पर कोई भी व्यक्ति व प्रकृति अपना प्रभाव ना डाल सके। ਕਹਿੰਦੇ ਨਾ ਕਿ ਬਹੁਤ ਛੇਤੀ ਇਨਫਲੂਐਂਸ ਹੋ ਗਏ, ਕਿ ਇੰਨੇ ਕੁਛ ਕਿਆ ਇੱਧਰ ਨੂੰ ਹੋ ਗਏ, ਥੋੜੀ ਜਿਹੀ ਕਿਸੇ ਨੇ ਮਹਿਮਾ ਕਰ ਦਿੱਤੀ ਤਾਂ ਇੱਕਦਮ ਤਾਂ ਨੂੰ ਹੋ ਗਏ। ਬਾਬਾ ਕਹਿੰਦੇ ਹੁੰਦੇ ਏਦਾਂ ਦੇ ਚੱਲ ਡੋਲ ਬਣੋ, ਕੋਈ ਚੀਜ਼ ਤੁਹਾਨੂੰ ਹਿਲਾ ਨਾ ਸਕੇ। ਕੋਈ ਸਾਨੂੰ ਮਾਨ ਦਵੇ, ਅਪਮਾਨ ਕਰੇ, ਸਾਡੇ ਤੇ ਉਹਦਾ ਅਸਰ ਨਾ ਹੋਵੇ। ਫਿਰ ਪ੍ਰਕਿਰਤੀ ਕੀ ਆ? ਪਹਿਲੀ ਤਾਂ ਪ੍ਰਕਿਰਤੀ ਆ, ਇਹ ਸਾਡਾ ਸਰੀਰ 5 ਤੱਤਾਂ ਦਾ ਨਾ, ਇਹ ਤੇ ਕੋਈ ਬਾਤ ਆਉਂਦੀ ਆ, ਕੋਈ ਪ੍ਰੀਖਿਆ ਆਉਂਦੀ ਆ, ਇਹਦੇ ਪ੍ਰਭਾਵ ਚ ਨਾ ਜਾਈਏ, ਹਾਏ ਅੱਜ ਤਾਂ ਨਹੀਂ ਆਹ ਹੋਣਾ, ਅੱਜ ਤਾਂ ਮੇਰਾ ਸਰੀਰ ਏਦਾਂ ਦਾ, ਸਾਰਾ ਧਿਆਨ ਸਰੀਰ ਤੇ। ਮੈਂ ਆਤਮਾ ਆ, ਮੈਂ ਦੇਹ ਤੋਂ ਨਿਆਰੀ ਆ। ਹਾਂ ਸਰੀਰ ਤੇ ਕੋਈ ਬਾਤ ਵੀ ਆਉਂਦੀ ਆ, ਬਾਬਾ ਕਹਿੰਦੇ ਹੁੰਦੇ ਦਵਾਈ ਲਓ। ਅੱਜ ਕੱਲ ਦੀਆਂ ਦਵਾਈਆਂ ਬਾਬਾ ਕਹਿੰਦੇ ਹੁੰਦੇ ਤੁਹਾਡਾ ਡਰਾਈ ਫਰੂਟ ਆ ਕਲਯੁਗ ਦਾ, ਦਵਾਈ ਲਓ, ਸਰੀਰ ਨੂੰ ਠੀਕ ਕਰੋ, ਉਹਦੇ ਪ੍ਰਭਾਵ ਵਿੱਚ ਨਹੀਂ ਰਹਿਣਾ। ਤੇ ਸ਼ਕਤੀ ਕਦੋਂ ਆਉਂਦੀ ਆ? ਜਦੋਂ ਆਪਾਂ ਆਪਣੇ ਆਪ ਨੂੰ ਆਤਮਾ ਸਮਝ ਕੇ ਬਾਬਾ ਨੂੰ ਯਾਦ ਕਰਦੇ ਆ। ਆਤਮਾ ਬਹੁਤ ਪਾਵਰਫੁਲ ਆ, ਅਸੀਂ ਵਿਸ਼ਵ ਦੇ ਮਾਲਕ ਸੀ। 2 ਯੁੱਗ ਤੱਕ ਅਸੀਂ ਆਪਣੀਆਂ ਕਰਮ ਇੰਦਰੀਆਂ ਦੇ, ਮਨ ਦੇ ਵੀ ਮਾਲਕ ਰਹੇ ਆ। ਬੁੱਧੀ ਵਿੱਚ ਚੱਕਰ ਫਰਾ ਕੇ ਕਮੀਆਂ ਕਮਜ਼ੋਰੀਆਂ ਨੂੰ ਸਮਾਪਤ ਕਰਨਾ। ਬਾਹਰ ਤੋਂ ਕੋਈ ਬਾਤ ਵੀ ਆਉਂਦੀ ਆ, ਪ੍ਰੈਕਟਿਸ ਕਰਕੇ ਦੇਖੋ। ਅੱਛਾ ਪਹਿਲਾਂ ਅਸੀਂ ਇੰਨਾ ਫਿਕਰ ਕਰਦੇ ਸੀ, ਹੁਣ ਬਾਬਾ ਮਿਲਿਆ ਆ, ਹੁਣ ਅਸੀਂ ਫਿਕਰ ਨਹੀਂ ਕਰਨਾ, ਪਰ ਸਭ ਕੁਝ ਅੱਛਾ ਹੋਏਗਾ। ਪ੍ਰੈਕਟਿਸ ਕਰਦੇ ਕਰਦੇ ਆਪਾਂ ਪਰਫੈਕਟ ਬਣਦੇ ਆ। ਆਪਣੀ ਮੁਰਲੀ ਪੂਰੀ ਹੋਈ ਆ। ਥੋੜੀ ਦੇਰ ਸਾਇਲੈਂਸ ਵਿੱਚ ਸਾਰੀ ਮੁਰਲੀ ਨੂੰ ਅੰਦਰ ਸਮਾਉਂਦੇ, ਮਸਤਕ ਤੇ ਦੇਖਦੇ, ਮੈਂ ਚਮਕਦੀ ਹੋਈ ਜੋਤੀ ਆਤਮਾ ਹਾਂ, ਮੈਂ ਲਾਈਟ ਹਾਂ ਤੇ ਮੇਰਾ ਮਨ ਵੀ ਲਾਈਟ। ਜਦੋਂ ਪਹਿਲਾਂ ਘਰ ਤੋਂ ਆਏ ਸੀ, ਲਾਈਟ ਆਈ ਸੀ। ਸਾਨੂੰ ਜੋ ਵੀ ਇੱਥੇ ਦਾ ਮਿਲਿਆ, ਇਸ ਸ੍ਰਿਸ਼ਟੀ ਤੇ ਮਿਲਿਆ, ਤੇ ਕਿੰਨਾ ਕੁਛ ਅਸੀਂ ਲਿਆ ਤੇ ਛੱਡਿਆ। ਇੱਥੇ ਨਾ ਕੁਛ ਮੇਰਾ ਤੇ ਨਾ ਕਿਸੇ ਦਾ, ਅਸੀਂ ਸਿਰਫ ਇੱਥੇ ਖੇਡ ਰਹੇ ਹਾਂ। ਹਰ ਆਤਮਾ ਦਾ ਆਪਣਾ ਆਪਣਾ ਪਾਰਟ ਆ। ਮੈਂ ਆਤਮਾ ਆਪਣੇ ਕਰਮਾਂ ਲਈ ਜ਼ਿੰਮੇਵਾਰ ਆ। ਆਪਣੇ ਕਰਮਾਂ ਤੇ ਧਿਆਨ ਦੇ ਕੇ ਅੰਦਰ ਦੇ 5 ਭੂਤਾਂ ਨੂੰ ਸਮਾਪਤ ਕਰਨਾ, ਇੱਕ ਬਾਪ ਦੀ ਯਾਦ ਵਿੱਚ ਰਹਿਣਾ ਤੇ ਸਭ ਨੂੰ ਬਾਪ ਦੀ ਯਾਦ ਦਿਵਾਉਣੀ। ਓਮ ਸ਼ਾਂਤੀ।